ਫੇਸਬੁੱਕ ਪ੍ਰੋਗਰਾਮ ਚਰਚਾ ਫੇਸਬੁੱਕ ਚਰਚਾ ਦੇ ਵਿੱਚ ਜੁੜਨ ਵਾਲੀ ਸਾਡੀ ਸਮੂਹ ਸਾਧ ਸੰਗਤ ਤੁਹਾਡਾ ਬਹੁਤ-ਬਹੁਤ ਵੈਲਕਮ ਕਰਦੇ ਹਾਂ ਜੀ। ਅੱਜ ਇਹ ਸਾਡਾ ਫੇਸਬੁੱਕ ਚਰਚਾ ਦਾ 14ਵਾਂ ਸੈਸ਼ਨ ਆ, ਜਿਸ ਦੇ ਵਿੱਚ ਵੱਖੋ-ਵੱਖ ਮਾਹਰ ਸਾਡੇ ਨਾਲ ਜੁੜਦੇ ਆ। ਮਾਹਰਾਂ ਦਾ ਪੈਨਲ ਅਕ੍ਰੋਸ ਦਾ ਗਲੋਬ ਅਸੀਂ ਗੱਲ ਕਰਦੇ ਹਾਂ, ਤੇ ਸਾਡਾ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਜਾਂ ਚਰਚਾ ਦਾ ਮੁੱਦੇ ਦੀ ਗੱਲ ਆ ਜਿਹੜੀ, ਉਹ ਹਮੇਸ਼ਾ ਸਾਡਾ ਪੰਜਾਬ ਤੇ ਪੰਜਾਬ ਫਾਰਮਰ ਪ੍ਰੋਟੈਸਟ ਇਸ ਵਕਤ ਜੋ ਭਖ ਦਾ ਮੁੱਦਾ ਆ। ਤੇ ਅੱਜ ਮੈਂ ਇੰਟਰੋਡਕਸ਼ਨ ਜੇ ਕਰਵਾਵਾਂ ਤਾਂ ਸਭ ਤੋਂ ਪਹਿਲਾਂ ਡਾਕਟਰ ਅਕਵਿੰਦਰ ਗਿੱਲ, ਜਿਹੜੇ ਕਿ ਕੈਲੀਫੋਰਨੀਆ ਸੈਨ ਫਰਾਂਸਿਸਕੋ ਏਰੀਆ ਤੋਂ ਸਾਡੇ ਨਾਲ ਨੇ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਧੰਨਵਾਦ ਗਿੱਲ ਸਾਹਿਬ। ਤੇ ਸਾਡੇ ਨੈਕਸਟ ਪੈਨਲ ਮਾਹਰ ਨੇ ਬਲ ਬਹਾਦਰ ਪੌਲ, ਲੋਡਾਈ ਕੈਲੀਫੋਰਨੀਆ ਤੋਂ। ਬਲ ਜੀ, ਤੁਹਾਨੂੰ ਬਹੁਤ-ਬਹੁਤ ਜੀ ਆਇਆਂ ਆਖਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅਮਰਜੀਤ, ਤੁਹਾਡਾ ਧੰਨਵਾਦ, ਤੇ ਬਰਾੜ ਸਾਹਿਬ ਤੁਹਾਡਾ ਵੀ ਧੰਨਵਾਦ। ਥੈਂਕ ਯੂ। ਤੇ ਸਾਡੇ ਨੈਕਸਟ ਪੈਨਲ ਮਾਹਰ ਮਨਮੋਹਨ ਗਰੇਵਾਲ, ਸਾਲਟ ਲੇਕ ਸਿਟੀ, ਯੂਟਾ ਤੋਂ। ਗਰੇਵਾਲ ਸਾਹਿਬ, ਬਹੁਤ-ਬਹੁਤ ਧੰਨਵਾਦ ਤੁਹਾਡਾ ਫੇਸਬੁੱਕ ਚਰਚਾ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਦੇ ਲਈ। ਵੀਰ ਜੀ ਸਤਿ ਸ਼੍ਰੀ ਅਕਾਲ। ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਦਾਸ ਨੂੰ ਇਸ ਦੇ ਯੋਗ ਸਮਝਿਆ ਕਿ ਮੈਂ ਫੇਸਬੁੱਕ ਚਰਚਾ ਦੇ ਵਿੱਚ ਆ ਸਕਿਆ ਤੁਹਾਡੀ ਬਦੌਲਤ। ਬਹੁਤ-ਬਹੁਤ ਜੀ ਆਇਆਂ ਨੂੰ ਜੀ ਸਾਰੇ ਗੈਸਟਾਂ ਨੂੰ, ਤੇ ਸਾਡੀ ਸਮੂਹ ਸੰਗਤ ਨੂੰ ਸਾਡੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ। ਸਾਡੀ ਪਹਿਲੀ ਬੇਨਤੀ ਹੈ ਜੀ, ਜੇ ਤੁਸੀਂ ਖੁਦ ਦੇਖ ਰਹੇ ਹੋ ਤੇ ਪਲੀਜ਼ ਇਸ ਪ੍ਰੋਗਰਾਮ ਨੂੰ ਸ਼ੇਅਰ ਕਰੋ, ਤਾਂ ਕਿ ਵੱਧ ਤੋਂ ਵੱਧ ਅਸੀਂ ਜੁੜ ਸਕੀਏ ਆਪਣੇ ਪੰਜਾਬ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ। ਤੇ ਸੋ ਸਾਰੇ ਪੈਨਲ ਗੈਸਟਾਂ ਨੂੰ ਮੈਂ ਵੈਲਕਮ ਕਰਦਾ ਹਾਂ। ਤੇ ਪਹਿਲਾ, ਸਿੰਸ ਡਾਕਟਰ ਗਿੱਲ ਸਾਹਿਬ ਬੇਰੀਆ ਤੋਂ ਆ, ਤੇ ਇੱਕ ਬੇਰੀਏ ਦੇ ਵਿੱਚ NRI ਦੇ ਵੱਲੋਂ ਬੜੀ ਵੱਡੀ ਪ੍ਰੋਟੈਸਟ ਵਿੱਢੀ ਜਾ ਰਹੀ ਹੈ 17 ਦਸੰਬਰ 12 ਵਜੇ ਫੇਸਬੁੱਕ ਹੈੱਡਕੁਆਟਰ ਨੂੰ ਘੇਰਨ ਦੇ ਲਈ। ਕਿਉਂਕਿ ਜਿਹੜਾ ਕਿਸਾਨ ਅੰਦੋਲਨ ਸਾਡਾ ਚੱਲ ਰਿਹਾ, ਇਹਦੀ ਜੇ ਜੜ ਨੱਪੀ ਜਾਵੇ ਤਾਂ ਹੁਣ ਉਹ ਜੇ ਫੇਸਬੁੱਕ ਤੇ ਅਡਾਨੀ ਗਰੁੱਪ ਦੀ ਇੱਕ ਜੁਆਇੰਟ ਉਹਨਾਂ ਦਾ ਬਿਜ਼ਨਸ ਹੈ। ਸੋ ਇਸ ਗੱਲਬਾਤ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਲਿਜਾਣ ਦੇ ਲਈ ਫੇਸਬੁੱਕ ਨੂੰ ਘੇਰਨ ਦਾ ਜੋ ਪ੍ਰੋਗਰਾਮ ਹੈ, ਗਿੱਲ ਸਾਹਿਬ ਤੁਸੀਂ ਉਸਦੇ ਉੱਤੇ ਕੁਝ ਚਾਨਣਾ ਪਾਓ। ਹਾਂਜੀ, ਇਹ ਫੇਸਬੁੱਕ ਡੈਮੋਨਸਟ੍ਰੇਸ਼ਨ ਹੋਊਗਾ। ਚਾਹੇ ਫੇਸਬੁੱਕ ਬੰਦ ਹੀ ਹੈ, ਪਰ ਮੈਸੇਜ ਜਿਹੜਾ ਉਹ ਬੜਾ ਕਲੀਅਰ ਬਣ ਜਾਂਦਾ ਉਹਨਾਂ ਨੂੰ। ਇਹ ਵੀਰਵਾਰ ਨੂੰ, ਥਰਸਡੇ ਨੂੰ, ਦਸੰਬਰ 17 ਨੂੰ 2 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਕ ਹੋਊਗਾ। ਇਹਦਾ ਮੇਨ ਕਾਰਨ ਇਹਦਾ ਕਿ ਜਿਹੜਾ 5.7 ਬਿਲੀਅਨ ਦਾ, ਜਿਹਨੂੰ ਕਹਿ ਲਓ ਕਿ 43,574 ਕਰੋੜ ਰੁਪਏ ਦਾ ਜਿਹੜਾ ਜੀਓ ਪਲੇਟਫਾਰਮ ਸੀਗਾ, ਉਹ ਅੰਬਾਨੀ ਨੇ ਸੋਲਡ ਕੀਤਾ ਸੀਗਾ ਇਹਨਾਂ ਨੂੰ, ਸਟ੍ਰਿੰਗ ਆਫ ਇਨਵੈਸਟਰਸ ਨੂੰ, ਜਿਨ੍ਹਾਂ ਦੇ ਵਿੱਚੋਂ ਫੇਸਬੁੱਕ ਤੇ ਗੂਗਲ ਇੱਕ ਹੈ। ਇਹਨਾਂ ਦੀ ਸਾਂਝੇਦਾਰੀ ਹੈ, ਇਹਨਾਂ ਦੀ ਇਕੱਠਿਆਂ ਦੀ। ਸੋ ਇਹ ਮੈਸੇਜ ਜਿਹੜਾ ਫੇਸਬੁੱਕ ਵਾਲਿਆਂ ਨੂੰ ਦੇਣਾ ਹੈਗਾ ਕਿ ਇਹ ਜਿਹੜਾ ਤੁਹਾਡੀ ਜਿਹੜੀ ਪਹੁੰਚ ਹੈ, ਤੁਹਾਡਾ ਜਿਹੜਾ ਹਿੱਸੇਦਾਰ ਹੈ, ਉਹ ਕੀ ਕਰ ਰਿਹਾ। ਇਸ ਤੋਂ ਬਿਨਾਂ ਫੇਸਬੁੱਕ ਤੇ ਟਵਿੱਟਰ ਜਿਹੜੇ ਆ ਕੁਝ ਬਲੌਕ ਕਰ ਰਹੇ ਹੈਗੇ ਆ ਸਾਡੇ ਫਾਰਮਰਸ ਐਕਟੀਵਿਟੀ ਨੂੰ ਇੱਕ ਸੈਪਰੇਟ ਫਿਰਕੂਵਾਦ ਦਾ ਨਾਂ ਦੇ ਕੇ, ਜਿਹਦਾ ਕਿ ਜਿਹੜੇ ਕਿ ਉਹਨਾਂ ਨੂੰ ਇਹ ਲਿਆਉਣਾ ਚਾਹੁੰਦੇ ਆ ਕਿ ਅਸੀਂ ਫਿਰਕੂਵਾਦ ਨਹੀਂ ਹੈ, ਅਸੀਂ ਜਿਹੜੇ ਹੈਗੇ ਆ ਇੱਕ ਸਿੰਪਲ ਫਾਰਮਰ ਪ੍ਰੋਟੈਸਟ ਹੈ। ਇਹ ਇਕੱਲਾ ਪੰਜਾਬ ਜਾਂ ਸਿੱਖ ਦਾ ਨਹੀਂ, ਇਹ ਬਲਕਿ ਸਾਰੇ ਹਿੰਦੁਸਤਾਨ ਦੇ ਜਿਹੜੇ ਫਾਰਮਰ ਹੈ, ਜਿਹੜੇ ਐਗਰੀਕਲਚਰ ਕਰਦੇ ਆ, ਉਹਨਾਂ ਦੇ ਵੱਲੋਂ ਇਹ ਪ੍ਰੋਟੈਸਟ ਹੈਗਾ। ਉਹਨਾਂ ਵੱਲੋਂ ਇਹ ਆਪਣਾ ਐਜੀਟੇਸ਼ਨ ਜਿਹੜੀ ਹੈ ਉਹ ਸ਼ੁਰੂ ਹੋਈ ਹੈ। ਨਾ ਕਿ ਇੱਕ ਫਿਰਕੇ ਨੂੰ ਤੁਸੀਂ ਬੰਦ ਕਰਕੇ ਜਾਂ ਇੱਕ ਫਿਰਕੇ ਨੂੰ ਤੁਸੀਂ ਕੱਟ ਕੇ ਉਸ ਨੂੰ ਫੇਸਬੁੱਕ ਦੇ ਉੱਤੋਂ ਜਾਂ ਟਵਿੱਟਰ ਦੇ ਉੱਤੋਂ ਤੁਸੀਂ ਸਾਨੂੰ ਸੈਪਰੇਟ ਕਰੋ। ਬਹੁਤ-ਬਹੁਤ ਧੰਨਵਾਦ ਗਿੱਲ ਸਾਹਿਬ। ਤੇ ਸਾਡੇ ਪੈਨਲ ਮਾਹਰ ਗਰੇਵਾਲ ਸਾਹਿਬ ਤੋਂ ਮੈਂ ਇਹ ਜਾਣਨਾ ਚਾਹਾਂਗਾ ਕਿ ਇਹ ਜੋ ਇੱਕ ਮੋਨੋਪੋਲੀ ਚੱਲ ਰਹੀ ਹੈ ਦੁਨੀਆ ਦੇ ਵਿੱਚ, ਸੋ ਇਹ ਫੇਸਬੁੱਕ ਅਡਾਨੀ ਗਰੁੱਪ, ਜਿਹੜਾ ਕਿ ਜਿਵੇਂ ਡਾਕਟਰ ਗਿੱਲ ਸਾਹਿਬ ਨੇ ਆਪਾਂ ਨੂੰ ਹੁਣੇ ਜਾਣਕਾਰੀ ਦਿੱਤੀ ਆ ਕਿ ਕਿਸਾਨਾਂ ਦੀ ਹੱਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਆਵਾਜ਼ ਜੋ ਟਵਿੱਟਰ ਜੋ ਹੈਸ਼ਟੈਗ ਫੇਸਬੁੱਕ ਤੇ ਵੀ ਚਲਾਏ ਜਾ ਰਹੇ ਆ, ਇਹਨੂੰ ਦਬਾਇਆ ਜਾ ਰਿਹਾ। ਇਹ ਸਾਡੇ ਲੋਕਤੰਤਰ ਡੈਮੋਕ੍ਰੈਟਿਕ ਦੇ ਲਈ, ਇਹ ਡੈਮੋਕ੍ਰੇਸੀ ਦੇ ਲਈ ਕਿੰਨੀ ਕੁ ਘਾਤਕ ਹੈ ਗਰੇਵਾਲ ਸਾਹਿਬ? ਇਸ਼ੂ ਬਹੁਤ ਕ੍ਰਿਟੀਕਲ ਹੈ ਜੀ, ਤੇ ਬੜੇ ਦੂਰਅੰਦੇਸ਼ੀ ਨਾਲ ਇਹ ਜਿਹੜਾ ਹੈਗਾ ਇਸ ਇਸ਼ੂ ਤੇ ਵੀਰ ਜੀ ਅਕਵਿੰਦਰ ਸਿੰਘ ਜੀ ਹੋਰਾਂ ਦੀ ਅਗਵਾਈ ਹੇਠ ਜਿਹੜਾ ਇਹ ਕਰ ਰਹੇ ਆ।
ਦੈਟਸ ਅ ਵੈਰੀ ਵੈਰੀ ਕ੍ਰਿਟੀਕਲ ਇਸ਼ੂ, ਬੜਾ ਹੀ ਇੰਪੋਰਟੈਂਟ ਇਸ਼ੂ ਹੈ। ਇਹ ਤਾਂ ਹੈਗੇ ਇਹਦੀ ਇੰਪੋਰਟੈਂਸ ਦੀ ਗੱਲ, ਪਰ ਕਿਉਂਕਿ ਅੱਜ ਕੱਲ੍ਹ ਜਿੰਨੀਆਂ ਇੰਡੀਆ ਦੀਆਂ ਚੈਨਲਸ ਨੇ ਉਹ ਸਾਰੀਆਂ ਉਹਨਾਂ ਨੂੰ ਮੋਦੀ ਜਾਂ ਗੋਦੀ ਚੈਨਲਸ ਕਿਹਾ ਜਾ ਰਿਹਾ। ਉਹਨਾਂ ਨੇ ਜਿੰਨਾ ਵੀ ਬਲੈਕ ਆਊਟ ਕਰ ਸਕਦੇ ਸੀਗੇ ਉਹ ਤਕਰੀਬਨ ਇਸ ਇਸ਼ੂ ਨੂੰ ਡਿਸਟਰੈਕਟ ਕਰਕੇ ਹੋਰ ਪਾਸੇ ਲਿਜਾ ਰਹੇ ਨੇ, ਜਾਂ ਤਾਂ ਤੇ ਜਾਂ ਫੈਕਚੁਅਲ ਇਨਫੋਰਮੇਸ਼ਨ ਨੂੰ ਮੂਹਰੇ ਨਹੀਂ ਆਉਣ ਦੇ ਰਹੇ। ਸੋ ਉਹਦੇ ਕਰਕੇ ਜਿਹੜਾ ਸੋਸ਼ਲ ਮੀਡੀਆ ਦਾ ਰੋਲ ਹੈ ਉਹ ਵੀ ਬੜਾ ਕ੍ਰਿਟੀਕਲ ਸੀਗਾ। ਪੰਜਾਬੀ ਫਾਰਮਰ ਬੜਾ ਪ੍ਰੋਸਪੈਰਸ ਫਾਰਮਰ ਹੈ, ਉਹਨਾਂ ਦੀ ਆਫ ਜਨਰੇਸ਼ਨ, ਪੰਜਾਬ ਦਾ NRIs ਨਾਲ ਸੰਬੰਧ ਬੜਾ ਡੂੰਘਾ। ਸੋ ਇਸ ਕਰਕੇ ਇਸ ਇਸ਼ੂ ਦੀ ਜਿਹੜੀ ਇੰਪੋਰਟੈਂਸ ਹੈ ਇਟਸ ਕ੍ਰਿਟੀਕਲ, ਇਟਸ ਇੰਪੈਰੇਟਿਵ ਫॉर all of us to focus on this issue ਤੇ ਇਹਦੇ ਤੇ ਅਟੈਂਸ਼ਨ ਦੇਣ ਦੀ ਲੋੜ ਹੈ ਕਿ ਐਡਾ ਵੱਡਾ ਸੀਰੀਅਸ ਇਸ਼ੂ ਅਸੀਂ ਇੱਥੇ ਤੱਕ ਜਿੱਥੇ ਤੱਕ ਇਹ ਪਹੁੰਚ ਚੁੱਕਿਆ, ਕਿਉਂਕਿ ਵਰਲਡ ਦੇ ਰਿਚੈਸਟ ਬਿਲੀਅਨੇਅਰਸ ਦੇ ਵਿੱਚ ਇਹ ਫੈਮਿਲੀ ਆਉਂਦੀ ਹੈ ਜੀ। ਇਹਨਾਂ ਦਾ ਕਮਿਊਨਿਟੀ ਦੀ ਖਾਤਰ, ਕੰਟਰੀ ਦੀ ਖਾਤਰ ਯੋਗਦਾਨ ਕੋਈ ਨਹੀਂ ਹੈਗਾ। ਪਰ ਅਮਰੀਕਾ ਵਰਗੇ ਕੰਟਰੀ 'ਚ ਜਿੱਥੇ ਫਰੀडम ਆਫ ਸਪੀਚ ਹੈਗੀ ਹੈ ਸਾਡੇ ਕੋਲ, ਸੋ ਅਸੀਂ ਉਸ ਮੀਨਸ ਨੂੰ ਯੂਜ਼ ਕਰਕੇ most likely we will make a very big difference and a big dent to bring about this issue on the surface. ਬਿਲਕੁਲ ਬਿਲਕੁਲ, ਥੈਂਕ ਯੂ, ਧੰਨਵਾਦ ਤੁਹਾਡਾ ਗਰੇਵਾਲ ਸਾਹਿਬ। ਬਲ ਬਹਾਦਰ ਜੀ, ਤੁਸੀਂ ਵੀ ਕੈਲੀਫੋਰਨੀਆ ਬੇਸਡ ਹੋ ਤੇ ਕਿਵੇਂ ਤੁਸੀਂ ਇਸ ਨੂੰ ਦੇਖਦੇ ਹੋ? ਇੱਕ ਡੈਮੋਕ੍ਰੇਸੀ ਦਾ ਘਾਣ ਜੋ ਇੰਡੀਆ ਦੇ ਵਿੱਚ ਗੋਦੀ ਮੀਡੀਆ ਦੇ ਥਰੂ ਬਿਲਕੁਲ ਆਪਣੇ ਕੰਟਰੋਲ ਕੀਤਾ ਜਾ ਰਿਹਾ ਸੀਗਾ, ਤੇ ਹੁਣ ਇਸ ਨੂੰ ਪੰਜਾਬੀਆਂ ਨੇ ਟਵਿੱਟਰ ਦੇ ਥਰੂ ਜਾਂ ਫੇਸਬੁੱਕ ਦੇ ਥਰੂ ਸਾਰੀ ਦੁਨੀਆ ਦੇ ਵਿੱਚ ਹਰ ਇੱਕ ਦੇਸ਼ ਦੇ ਵਿੱਚ ਵੱਧ ਤੋਂ ਵੱਧ ਇਸ ਫਾਰਮਰ ਪ੍ਰੋਟੈਸਟ ਨੂੰ ਅੱਗੇ ਲਿਜਾ ਕੇ ਜਾਣਕਾਰੀ ਜੋ ਮੁਹੱਈਆ ਕਰਵਾ ਰਹੀ ਆ। ਫੇਸਬੁੱਕ ਹੁਣ ਅਡਾਨੀ ਗਰੁੱਪ ਦੇ ਨਾਲ ਜੋ ਬਿਜ਼ਨਸ ਸਾਂਝ ਪਾ ਰਹੇ ਆ, ਇਹ ਹੁਣ ਫਾਰਮਰ ਪ੍ਰੋਟੈਸਟ ਨੂੰ ਜਾਂ ਇਸ ਦੇ ਰਿਲੇਟਡ ਸਮੱਗਰੀ ਜੋ ਸ਼ੇਅਰ ਹੋ ਰਹੀ ਹੈ ਉਹਨੂੰ ਕੰਟਰੋਲ ਕਰਨ ਦਾ ਕੰਮ ਕਰ ਰਹੇ ਆ। ਬਲ ਬਹਾਦਰ ਜੀ, ਪਲੀਜ਼ ਇਸ ਦੇ ਉੱਤੇ ਕੁਝ ਆਪਣਾ ਵਕਤਵ ਰੱਖੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਾਰਿਆਂ ਤੋਂ ਪਹਿਲਾਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਗੱਲ ਤਾਂ ਜਿਹੜੀ ਲਾਜ਼ ਹੈਗੀ ਆ ਉਹ ਕੜੀ ਇਸ ਕਰਕੇ ਆ ਕਿ ਮੋਨੋਪਲੀ ਇੱਥੇ ਅੰਬਾਨੀ ਅਡਾਨੀ ਦੀ ਹੋ ਜਾਏ, ਮਾਰਕੀਟਸ ਬਾਕੀ ਸਾਰੀਆਂ ਜਿਹੜੀਆਂ ਖਤਮ ਹੋ ਜਾਣ, ਤੇ ਡੈਮੋਕ੍ਰੇਸੀ ਤੇ ਪਹਿਲੋਂ ਹੀ ਉਹਨਾਂ ਨੇ ਬਹੁਤ ਜ਼ਿਆਦਾ ਵਾਰ ਕੀਤੇ ਹੋਏ ਨੇ, ਇੱਕ ਨਹੀਂ ਕਈ। ਜਿਵੇਂ ਕਿ ਕਈ ਜੱਜ, ਕਈ ਹੋਰ ਲੋਕ ਮਾਰੇ ਗਏ ਨੇ, ਉਹਨਾਂ ਦੇ ਨਾਲ ਨਾਲ ਕਈ ਚੀਜ਼ਾਂ ਨਾਲ ਇਹਨਾਂ ਨੇ ਰਾਈਟ ਫॉर ਇਨਫੋਰਮੇਸ਼ਨ ਨੂੰ ਵੀ ਦਬਾਇਆ, ਹਰ ਇੱਕ ਚੀਜ਼ ਨੂੰ ਕਰਕੇ। ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਕਰਕੇ ਜਿਹੜੇ ਤੁਹਾਡਾ ਡੈਮੋਕ੍ਰੈਟਿਕ ਸੈਟਅਪ ਹੈ ਉਹਨੂੰ ਬਿਲਕੁਲ ਸ਼ਟਰ ਕੀਤਾ ਹੋਇਆ ਹੈ। ਚਾਹੇ ਇਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ ਹੈ, ਪਰ ਅਸਲ ਵਿੱਚ ਇਸ ਵੇਲੇ ਇੰਡੀਆ ਵਿੱਚ ਕੋਈ ਡੈਮੋਕ੍ਰੇਸੀ ਦਾ ਲਾ ਹੈ ਨੀਗਾ। ਨਾਲੇ ਮੇਰੀ ਸਾਰੇ ਨਾਲ ਦੂਸਰੀ ਇੱਕ ਗੱਲ ਹੈ ਕਿ ਜਿਹੜੇ ਲਾਜ਼ ਨੇ ਇਹਦੇ ਨਾਲ ਹੋਣਾ ਕੀ ਹੈ ਕਿ ਜਿਹੜੀਆਂ ਲੋਕਲ ਮਾਰਕੀਟਸ ਜਿਹੜੀਆਂ ਸਟੈਬਲਿਸ਼ ਹੋ ਚੁੱਕੀਆਂ ਸੀ ਉਹ ਬੰਦ ਹੋਣਗੀਆਂ ਤੇ ਸਿਰਫ ਅੰਬਾਨੀ ਅਡਾਨੀ ਇੱਥੇ ਰਹਿ ਜਾਣਗੇ। ਉਹੀ ਉੱਥੇ ਫੇਰ ਉਹੀ ਮੋਨੋਪਲੀ ਕਰਕੇ ਆਪਣੀ ਮਨਮਰਜ਼ੀ ਦੇ ਪ੍ਰਾਈਸ ਲੋਕਾਂ ਨੂੰ, ਜ਼ਿਮੀਂਦਾਰਾਂ ਨੂੰ ਦੇਣਗੇ। ਇਹ ਗੱਲ ਦਾ ਪੂਰਾ ਮੈਨੂੰ ਪਤਾ ਆ ਤੇ ਦੈਟ ਇਜ਼ ਏ ਲੌਂਗ ਟਰਮ ਪਲਾਨ। ਤੇ ਸਾਡੇ ਵੱਲੋਂ ਜਿਹੜੇ ਟਵਿੱਟਰ ਤੇ ਜੋ ਕੁਛ ਇਸ ਵੇਲੇ ਹੋ ਰਿਹਾ, ਮੈਂ ਟਵਿੱਟਰ ਦਾ ਮੇਰੇ ਕੋਲ ਅਕਾਊਂਟ ਨਹੀਂ ਸੀ, ਮੈਂ ਵੀ ਅਕਾਊਂਟ ਖੋਲ੍ਹਿਆ ਤੇ ਉੱਥੇ ਵੀ ਹਰ ਵੇਲੇ 10-15 ਰੋਜ਼ ਦੀਆਂ ਟਵਿੱਟਰ ਜਿਹਦੀਆਂ ਐਕਟੀਵਿਟੀ ਅਸੀਂ ਕਰੀ ਦੀਆਂ ਨੇ। ਤੇ ਹੋਰ ਵੀ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਭਾਈ ਆਪਣੇ ਘਰ ਘਰ ਇਹ ਟਵਿੱਟਰ ਹਰ ਇੱਕ ਨੂੰ ਕਹੋ ਕਿ ਓਪਨ ਕਰੇ ਤੇ ਜਿਹੜਾ ਹੈਸ਼ਟੈਗ ਫਾਰਮਰਸ ਸਟਰਗਲ ਪ੍ਰੋਟੈਸਟ ਉਹਦੇ ਵਿੱਚ ਉੱਥੇ ਜਾ ਕੇ ਆਪਣੇ ਜਿਹੜੇ ਮੈਸੇਜ ਰੱਖੋ। ਤੇ ਇੱਕ ਹੋਰ ਜ਼ਰੂਰ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਆਪਣੇ ਪਿੰਡ ਵਿੱਚ ਹਰ ਇੱਕ ਜਿਹੜਾ ਘਰ ਦੇ ਕੋਠੇ ਤੇ ਇੱਕ ਕਿਸਾਨ ਦੀ ਪ੍ਰੋਟੈਸਟ ਦੇ ਹੱਕ ਵਿੱਚ ਝੰਡਾ ਜੋ ਜ਼ਰੂਰ ਲਾਉਣਾ ਚਾਹੀਦਾ ਹੈ, ਹਰੇ ਰੰਗ ਦਾ। ਉਹਦੇ ਨਾਲ ਇਹ ਜਿਹੜੀ ਜਾਗਰਤਾ ਹੋਏਗੀ ਕਿ ਕਿਸਾਨਾਂ ਦੇ ਨਾਲ ਕਿੰਨੇ ਕੁ ਬੰਦੇ ਖੜੇ ਨੇ, ਤੇ ਜੇ ਹਰ ਘਰ ਵਿੱਚ ਝੰਡਾ ਹੋਏਗਾ ਤਾਂ ਉਹ ਗੱਲ ਬਹੁਤ ਵਧੀਆ
ਤਰੀਕੇ ਨਾਲ ਸਾਫ਼ ਨਜ਼ਰ ਆਵੇਗੀ। ਬਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਜਿਵੇਂ ਕਿ ਆਪਣੇ ਨਾਲ ਫੇਸਬੁੱਕ ਤੇ ਫੇਸਬੁੱਕ ਚਰਚਾ ਦੇ ਪ੍ਰੋਗਰਾਮ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਗੈਸਟ ਜੁੜੇ ਹੋਏ ਆ। ਮੈਂ ਥੋੜੇ 1 ਮਿੰਟ ਲੈਂਦਾ ਹੋਇਆ, ਚਰਨਜੀਤ ਗਰੇਵਾਲ ਜੀ ਕੈਲੀਫੋਰਨੀਆ ਤੋਂ ਸਾਡੇ ਨਾਲ ਜੁੜ ਚੁੱਕੇ ਆ, ਦਮਨ ਰੰਧਾਵਾ ਜੀ, ਬਿੱਟੂ ਦੁੱਗਲ ਜੀ। ਸੋ ਇਹ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਬਿੱਟੂ ਦੁੱਗਲ ਜੀ ਨੇ ਬੜਾ ਇੰਪੋਰਟੈਂਟ ਇੱਕ ਪੁਆਇੰਟ ਲੈ ਕੇ ਆਏ ਆ ਕਿ ਕਿਸਾਨ ਮਜ਼ਦੂਰ ਏਕਤਾ, ਜਿਹੜੀ ਕਿ ਕੁਛ ਦਿਨਾਂ ਦੇ ਉੱਤੋਂ ਜੋ ਗਵਰਨਮੈਂਟ ਟਰਾਈ ਕਰ ਵੀ ਰਹੀ ਆ ਕਿ ਇਹ ਜੋ ਸੰਘਰਸ਼ ਇਸ ਲੈਵਲ ਤੇ ਪਹੁੰਚ ਚੁੱਕਾ, ਇਹਦੇ ਵਿੱਚ ਕਿਵੇਂ ਨਾ ਕਿਵੇਂ ਕੁਝ ਵਖਰੇਵੇਂ ਪੈਦਾ ਕੀਤੇ ਜਾਣ। ਸੋ ਬਿੱਟੂ ਦੁੱਗਲ ਜੀ ਨੇ ਬੜਾ ਵਧੀਆ ਪੁਆਇੰਟ ਹੈ ਕਿ ਕਿਸਾਨ ਮਜ਼ਦੂਰ ਏਕਤਾ ਇਸ ਵਕਤ ਸਮੇਂ ਦੀ ਮੁੱਖ ਲੋੜ ਜੋ ਮੰਗ ਹੈ। ਗਿੱਲ ਸਾਹਿਬ, ਤੁਸੀਂ ਇਸ ਦੇ ਬਾਰੇ ਪਲੀਜ਼ 2 ਸ਼ਬਦ। ਜੀ, ਮੈਂ ਜਿਹੜਾ ਪੁਆਇੰਟ ਆ ਤੁਹਾਡਾ ਕਿ ਇਹ ਕਿਵੇਂ ਆਪਣੇ ਤੁਹਾਡੇ ਨੂੰ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ, ਕਿਵੇਂ ਇਹ ਤੁਹਾਨੂੰ ਡਿਫਰੈਂਟ ਪਾੜੇ ਪਾ ਰਹੇ ਹੈਗੇ ਆ ਕਿ ਇਹ ਮਜ਼ਦੂਰਾਂ ਦਾ ਨਹੀਂ ਜੀ, ਇਹ ਆਪਣਾ ਇਕੱਲਾ ਪੰਜਾਬ ਦੇ ਫਾਰਮਰਾਂ ਦਾ ਪ੍ਰੋਟੈਸਟ ਹੈਗਾ। ਉਹ ਇਹ ਰੀਅਲਾਈਜ਼ ਨਹੀਂ ਕਰਦੇ ਕਿ ਜਿਵੇਂ ਹੁਣ ਪੱਲੇਦਾਰ ਹੈ ਜਾਂ ਜਿਵੇਂ ਜਿਹੜਾ ਉੱਥੇ ਮੰਡੀ ਦੇ ਵਿੱਚ ਕੰਮ ਕਰਦਾ ਮਜ਼ਦੂਰ, ਕਿ ਉਹ ਜਦੋਂ ਇਹ ਲਾ ਲਾਗੂ ਹੁੰਦੇ ਆ ਤੇ ਉਹਨਾਂ ਦੇ ਉੱਤੇ ਕੀ ਇਫੈਕਟ ਪੈਣਾ। ਸੋ ਇਹ ਜਿਹੜੇ ਆਪਣਾ ਲਾ ਹੈਗਾ, ਇਹ ਇਕੱਲੇ ਇੱਕ ਫਾਰਮਰ ਦੇ ਉੱਤੇ ਨਹੀਂ, ਇੱਕ ਮਜ਼ਦੂਰ ਦੇ ਉੱਤੇ ਵੀ ਉਦੋਂ ਜ਼ਿਆਦਾ ਉਹਦਾ ਇਫੈਕਟ ਪੈਣਾ। ਇਸ ਕਰਕੇ ਜਿਹੜੇ ਮਜ਼ਦੂਰ ਹੈ ਉਹ ਵੀ ਹੁਣ ਇਸ ਪ੍ਰੋਟੈਸਟ ਦੇ ਵਿੱਚ ਨਾਲ ਪਾਰਟੀਸਪੇਟ ਕਰ ਰਹੇ ਹੈਗੇ ਆ ਤੇ ਆ ਰਹੇ ਹੈਗੇ ਆ। ਪਰ ਇਹ ਤੋਂ ਬਿਨਾਂ ਕਈ ਰਿਊਮਰਸ ਜਿਹੜੇ ਆ ਉਹ ਡਿਸਟਰੈਕਟ ਕਰਨ ਲਈ ਤੇ ਉਹਨਾਂ ਨੂੰ ਵੰਡਣ ਲਈ ਇਹ ਗਵਰਨਮੈਂਟ ਜਿਹੜੀ ਹੈ ਤੇ ਉਹਨਾਂ ਦੇ ਜਿਹੜੇ ਏਜੰਟ ਹੈਗੇ ਆ ਉਹ ਇਹਨੂੰ ਉਤਸੁਕਤਾ ਦੇ ਰਹੇ ਹੈਗੇ ਆ। ਜਿਵੇਂ ਨੈਸ਼ਨਲ ਲੈਵਲ ਤੇ ਅਸੀਂ ਲੈ ਲਈਏ ਕਿ ਉਹਨਾਂ ਦਾ ਧਿਆਨ ਕਿਵੇਂ ਡਿਵਰਟ ਕਰ ਰਹੇ ਆ ਪਬਲਿਕ ਦਾ। ਆ ਜਿਹੜਾ ਬਾਲੀਵੁੱਡ ਡਰੱਗ ਪ੍ਰੋਬ ਕਰਤਾ ਹਰੇਕ ਚੈਨਲ ਦੇ ਉੱਤੇ, ਦੀਪਕਾ ਦਾ ਤੇ ਹੋਰ ਸਾਰਾ ਇਹਨੂੰ ਪ੍ਰਮੋਟ ਕਰੀ ਜਾਂਦੇ ਆ ਤਾਂ ਕਿ ਲੋਕਾਂ ਦੀ ਜਿਹੜੀ ਧਿਆਨ ਹੈ ਉਹ ਅਸਲੀ ਮੁੱਦੇ ਬੰਨੀ, ਜਿਹੜਾ ਕਿ ਇਸ ਵੇਲੇ ਵਰਲਡ ਵਾਈਡ ਜਿਹੜਾ ਆਪਣਾ ਅਟੈਂਸ਼ਨ ਲੈ ਰਿਹਾ। ਤੇ ਇਹ ਜਿਹੜਾ ਗੋਦੀ ਮੀਡੀਆ ਤੇ ਜਿਹੜਾ ਇੰਡੀਆ ਦਾ ਮੀਡੀਆ ਉਹ ਇਸ ਨੂੰ ਨਾ ਦਿਖਾਇਆ ਜਾਵੇ, ਸਮਾਂ ਕਿ ਲੋਕਾਂ ਨੂੰ ਹੋਰਾਂ ਗੱਲਾਂ 'ਚ ਭਰਮਾਇਆ ਜਾਵੇ। ਕੰਗਨਾ ਰਣੌਲਟ ਬਹੁਤ ਚਿਰ ਦੀ ਪਹਿਲਾਂ ਉਹਦਾ ਰੌਲਾ ਜੋ ਉਹਨੇ ਲਿਖਿਆ ਉਹਦੇ ਬਾਰੇ, ਉਸ ਤੋਂ ਬਾਅਦ ਹੁਣ ਜਿਹੜਾ ਹਿਰਤਿਕ ਰੋਸ਼ਨ ਨਾਲ ਜਿਹੜਾ ਉਹਦਾ ਐਪੀਸੋਡ ਸੀਗਾ ਉਹ 2015-16 ਦੀ ਗੱਲ ਹੈ। ਹੁਣ ਉਹਨੂੰ ਫੇਰ ਮੂਹਰੇ ਲਿਆ ਕੇ ਉਹਦੇ ਬਾਰੇ ਸਾਰੀ ਚਰਚਾ ਦੁਆਰਾ ਚੱਲ ਰਹੀ ਹੈ, ਮੂਹਰੇ ਉਹਨੂੰ ਲਿਆ ਰਿਹਾ, ਹਰੇਕ ਚੈਨਲ ਦੇ ਵਿੱਚ ਉਹਨੂੰ ਦਿਖਾ ਰਹੇ ਆ ਤਾਂ ਕਿ ਲੋਕਾਂ ਦਾ ਜਿਹੜਾ ਧਿਆਨ ਹੈ ਉਹ ਬਾਲੀਵੁੱਡ ਹਸਤੀਆਂ ਵੰਨੀ ਹੋ ਜਾਵੇ, ਨਾ ਕਿ ਉਹ ਇੱਕ ਫਾਰਮਰ ਵੰਨੀ ਹੋਵੇ। ਇਵੇਂ ਜਿਵੇਂ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ ਜੀ। ਦੇਖੋ ਜੀ, ਆਪਣਾ ਜਿਹੜੀਆਂ ਐਸਟੈਬਲਿਸ਼ਮੈਂਟ ਹੈ ਦਿੱਲੀ ਦੇ ਵਿੱਚ ਬੰਦ ਹੋ ਗਈਆਂ ਕਿਉਂਕਿ ਇੱਥੇ ਘਰਾਓ ਚੱਲ ਰਿਹਾ, ਜਿਹੜਾ ਕਿ ਲੈਣ ਦੇਣ ਉਸ ਹਿਸਾਬ ਨਾਲ ਇਹਨਾਂ ਦਾ ਕੋਈ ਵੀ ਹੈ ਨਹੀਂ ਫਾਰਮਰ ਪ੍ਰੋਟੈਸਟ ਦੇ ਨਾਲ। ਤੇ ਉਹ ਇਸੇ ਤਰ੍ਹਾਂ ਹੀ ਉਹ ਕ੍ਰੀਏਟ ਕਰ ਰਹੇ ਹੈਗੇ ਆ ਕਿ ਵਾਟਰ ਦਾ ਇਸ਼ੂ ਜੀ, ਪੰਜਾਬ ਦੇ ਵਿੱਚ ਜਿਹੜਾ ਪਾਣੀ ਹੈ ਉਹ ਪੰਜਾਬ ਦੇ ਵਿੱਚ ਹੀ ਰਹੂਗਾ, ਹਰਿਆਣੇ 'ਚ ਨਹੀਂ ਜਾਊਗਾ। ਇਸ ਮੁੱਦੇ ਨੂੰ ਬਿਨਾਂ ਕਾਰਨ ਤੋਂ ਛਾਲਿਆ ਜਾ ਰਿਹਾ। ਉਹਦਾ ਦੇਖੋ ਇਸ ਵੇਲੇ ਮੁੱਦਾ ਜਿਹੜਾ ਉਹ ਫਾਰਮਰ ਪ੍ਰੋਟੈਸਟ ਦਾ, ਫਾਰਮਰ ਲਾਜ਼ ਦਾ, ਫਾਰਮਰ ਲਾਜ਼ ਨੂੰ ਵਾਪਸ ਲੈਣ ਦਾ ਹੈ। ਇਸ ਵੇਲੇ ਕੋਈ ਮੁੱਦਾ ਹੀ ਹੈ ਨਹੀਂਗਾ ਕਿ ਕੋਈ ਪਾਣੀ ਦਾ ਜੀ। ਇਹਦੀ ਗੱਲ ਜੋ ਹੈਗੀ ਹੈ, ਜਿੱਥੇ ਜਿਹੜੀ ਗੱਲ ਲੱਗਦੀ ਹੈ ਉੱਥੇ ਸੋਹਣੀ ਹੁੰਦੀ ਹੈ, ਪਰ ਹਰਿਆਣੇ ਦੇ ਇੱਕ ਜਿਹੜਾ ਐਗਰੀਕਲਚਰ ਮਿਨਿਸਟਰ ਹੈ ਉਹਨੇ ਇਹ ਬਣਾਤਾ ਜੀ ਸਾਡਾ ਤਾਂ ਮੁੱਦਾ ਜੀ ਪੰਜਾਬ ਦੇ ਨਾਲ ਹੈ, ਕਿਉਂਕਿ ਉਹ ਹਰਿਆਣਾ ਦੇ ਫਾਰਮਰ ਹੋਵੇ ਚਾਹੇ ਉਹ ਮਜ਼ਦੂਰਾਂ ਦੇ ਵਿਚਾਲੇ ਹੋਵੇ। ਇਵੇਂ ਜਿਵੇਂ ਇੱਕ ਹੋਰ ਸ਼ਖਸ ਹੈ ਉਹ ਉੱਥੇ ਕੱਲਾ ਲੈ ਕੇ ਝੰਡਾ ਖੜਾ ਜੀ। ਦੇਖੋ ਜੀ, ਔਰੰਗਾਬਾਦ ਦਾ ਨੇਮ ਜਿਹੜਾ ਉਹ ਔਰੰਗਜ਼ੇਬ ਦੇ ਨਾਂ ਦੇ ਉੱਤੇ ਰੱਖਿਆ ਸੀ, ਤੇ ਪਰ ਔਰੰਗਜ਼ੇਬ ਨੇ ਸਾਡੇ ਗੁਰੂਆਂ ਨੂੰ ਆਪਣਾ ਸ਼ਹੀਦ ਕੀਤਾ ਹੈ, ਇਸ ਕਰਕੇ ਅਸੀਂ ਇਹਦਾ ਨਾਂ ਜਿਹੜਾ ਉਹ ਬਦਲੋ। ਸੋ ਉਹ ਸਿੱਖ ਤੇ ਮੁਸਲਮਾਨਾਂ ਦੀ ਲੜਾਈ ਇਹਨਾਂ ਦਾ ਚਰਚਾ ਬਣਾ ਰਿਹਾ ਤਾਂ ਕਿ ਜਿਹੜਾ ਧਿਆਨ ਹੈ ਉਹ ਡਿਵਰਟ ਹੋ ਸਕੇ। ਸੋ ਇਹਨਾਂ ਗੱਲਾਂ ਤੋਂ ਬਹੁਤ ਸੁਚੇਤ ਰਹਿਣਾ ਪੈਣਾ। ਇਹ ਜਿਵੇਂ ਆ ਕਿਸੇ ਨੇ ਵੀਡੀਓ ਪਾਈ ਸੀ ਜੀ, ਆਰਮੀ ਆ ਰਹੀ ਹੈ, ਅਟੈਕ ਹੋ ਰਿਹਾ, ਉਹ ਸਕੇਅਰਿੰਗ ਟੈਕਟਿਕਸ ਜਿਹੜੇ ਆ ਉਹ ਯੂਜ਼ ਕਰ ਰਹੇ ਹੈਗੇ ਆ। ਫੇਕ ਕਿਸਾਨ ਯੂਨੀਅਨ ਬਣਾ ਰਹੇ ਆ, ਫੇਕ ਜਿਹੜੇ ਆ ਲੀਡਰ ਕ੍ਰੀਏਟ ਕਰ ਰਹੇ ਹੈਗੇ ਆ ਤਾਂ ਕਿ ਉਹ ਜਿਹੜੀਆਂ ਸਟੇਟਮੈਂਟਾਂ ਸਹੀ ਆਉਂਦੀਆਂ ਉਹਨਾਂ ਨੂੰ ਨਾ ਸਹੀ ਦੇ ਵਿੱਚ ਵਰਤਿਆ ਜਾਵੇ। ਦੇਖੋ, ਇਹਨਾਂ ਨੇ
ਆਪਣਾ ਜਿਹੜਾ ਗੁਜਰਾਤ ਦੇ ਆਪਣਾ ਪੰਜਾਬੀਆਂ ਦਾ, ਤੇ ਪੰਜਾਬੀ ਇਕੱਲੇ ਨਹੀਂ, ਉਹਦੇ ਵਿੱਚ ਪੰਜਾਬ, ਹਰਿਆਣਾ, ਹੋਰ ਪ੍ਰਾਂਤਾਂ ਦੇ ਵੀ ਲੋਕ ਹੈ ਜਿਨ੍ਹਾਂ ਨੂੰ ਜ਼ਮੀਨ ਦਵਾਈ ਸੀ ਲਾਲ ਬਹਾਦਰ ਸ਼ਾਸਤਰੀ ਵੇਲੇ। ਹੁਣ ਉਹਨਾਂ ਨੂੰ ਜਾ ਕੇ ਮਿਲ ਕੇ ਉਹਨੂੰ ਪ੍ਰਮੋਟ ਕਰਕੇ ਕਿ ਦੇਖੋ ਜੀ ਮੈਂ ਸਿੱਖਾਂ ਨਾਲ ਮਿਲ ਰਿਹਾ ਹੈਗਾ, ਮੈਂ ਪੰਜਾਬੀਆਂ ਨਾਲ ਮਿਲ ਰਿਹਾ ਹੈਗਾ, ਉਹਨੂੰ ਪ੍ਰਮੋਟ ਕੀਤਾ ਜਾ ਰਿਹਾ। ਹਾਂਜੀ, ਇਵੇਂ ਜਿਵੇਂ ਹੀ ਆਪਣਾ ਮੈਂ ਜੀ ਅਸੀਂ PM ਹੈ ਜਿਹੜਾ ਬ੍ਰਿਟਿਸ਼ ਦਾ, ਉਹਨੂੰ ਬੁਲਾ ਰਹੇ ਹੈਗੇ 26 ਜਨਵਰੀ ਦੇ ਉੱਤੇ। ਜਿਹੜੇ ਬੰਦੇ ਨੂੰ ਇਹ ਨਹੀਂ ਪਤਾਗਾ ਕਿ ਜਿਹੜਾ ਫਾਰਮਰ ਇੰਡੀਆ ਦਾ ਫਾਰਮਰ ਹੈ ਉਹ ਪ੍ਰੋਟੈਸਟ ਜਿਹੜਾ ਉਹ ਕਿਹੜੀ ਗੱਲ ਦੇ ਉੱਤੇ ਕਰ ਰਿਹਾ, ਉਹ ਉਹਨੂੰ ਇੰਡੀਆ ਤੇ ਪਾਕਿਸਤਾਨ ਤੇ ਦੱਸੀ ਜਾਂਦਾ ਹੈ। ਸਿਰਫ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਹੈਗੀਆਂ ਉਹ ਧਿਆਨ ਡਿਵਰਟ ਕਰਨ ਲਈ ਹੋ ਰਹੀਆਂ। ਇਵੇਂ ਜਿਵੇਂ BJP ਦੇ ਆਪਣਾ ਹਰੀਜਨ ਲੀਡਰ ਤੇ ਫਾਰਮਰ ਜਿਹੜੇ ਆ ਉਹ ਨੌਨਸੈਂਸ ਜਿਹੜੀਆਂ ਸਟੇਟਮੈਂਟ ਹੈ ਉਹ ਕ੍ਰੀਏਟ ਕਰ ਰਹੇ ਹੈਗੇ ਆ, ਸਿਰਫ ਰਿਫਟ ਪੈਦਾ ਕਰਨ ਲਈ ਕਿ ਹਰੀਜਨਾਂ ਤੇ ਇਹਨਾਂ ਨੂੰ ਜੱਟਾਂ ਤੇ ਹਰੀਜਨਾਂ ਦੀ ਆਪਣਾ ਬਣਾ ਦਿਓ, ਜਦੋਂ ਕਿ ਮਜ਼ਦੂਰ ਜਿਹੜਾ ਉਨਾ ਹੀ ਇਨਵੋਲਵ ਹੈ ਜਿੰਨਾ ਕਿ ਇੱਕ ਫਾਰਮਰ ਇਨਵੋਲਵ ਹੈਗਾ ਇਸ ਵਿੱਚ। ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਕਹਿ ਲਓ ਕਾਸਟ ਤੇ ਰਿਲੀਜਨ ਦੀਆਂ ਰਿਫਟ ਜਿਹੜੀਆਂ ਉਹ ਇਹਨੂੰ ਗੌਰਮੈਂਟ ਜਿਹੜੀ ਹੈ ਆਪਦੇ ਏਜੰਟਾਂ ਰਾਹੀਂ ਜਿਹੜੀ ਹੈ ਉਹ ਪੈਦਾ ਕਰ ਰਹੀ ਹੈਗੀ ਹੈ। ਬਾਕੀ ਇਹਦਾ ਪੁਰਾਣੀਆਂ ਹੁਣ ਅੱਜ ਤੋਂ ਕਈ ਦਿਨ ਪਹਿਲਾਂ ਇਹਨਾਂ ਨੇ ਇੱਕ ਇਹਨੂੰ ਬਣਾਤਾ ਸੀ ਪ੍ਰੋਟੈਸਟ ਕਿ ਇਹ ਖਾਲਿਸਤਾਨੀ ਪ੍ਰੋਟੈਸਟ ਹੈ ਜੀ, ਇਹ ਨਕਸਲਾਈਟ ਪ੍ਰੋਟੈਸਟ ਹੈ ਜੀ, ਇਹ ਮਾਓ ਪ੍ਰੋਟੈਸਟ ਹੈ ਜੀ, ਇਹ ਪੰਜਾਬੀ ਮੂਵਮੈਂਟ ਹੈ ਜੀ, ਇਹ ਸਿੱਖ ਮੂਵਮੈਂਟ ਹੈ ਜੀ। ਕਦੇ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਫਾਰਮਰ ਪ੍ਰੋਟੈਸਟ ਹੈ, ਇਹ ਆਲ ਓਵਰ ਇੰਡੀਆ ਹੈ। ਇਹਦੇ ਨਾਲ ਕਿਸੇ ਪੋਲੀਟੀਕਲ ਪਾਰਟੀ ਦਾ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ BJP ਹੈ, ਚਾਹੇ ਉਹ ਮਾਇਆਵਤੀ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਸਾਡਾ ਕਿਸੇ ਨਾਲ ਲੈਣ ਦੇਣ ਨਹੀਂ ਇਸ ਗੱਲ ਦੇ ਉੱਤੇ। ਸਾਡਾ ਸਿਰਫ ਇੱਕੋ ਹੀ ਨਿਸ਼ਾਨਾ ਹੈ, ਉਹ ਨਿਸ਼ਾਨਾ ਹੈਗਾ ਕਿ ਫਾਰਮਰ ਨੂੰ ਜਿਹੜੇ ਲਾਅ ਹੈਗੇ ਆ ਉਹਨਾਂ ਨੂੰ ਵਾਪਸ ਲਓ। ਇਸ ਤੋਂ ਬਿਨਾਂ ਹੋਰ ਸਾਡੀ ਕੋਈ ਮੰਗ ਨਹੀਂ ਹੈ, ਹੋਰ ਅਸੀਂ ਕਿਸੇ ਪਿੱਛੇ ਖੜੇ ਨਹੀਂ ਹੈਗੇ ਇਸ ਗੱਲ ਦੇ ਉੱਤੇ। ਸੋ ਇੰਨਾ ਮੈਂ ਕਹਿੰਦਾ ਹੋਇਆ ਜ਼ਿਆਦਾ ਟਾਈਮ ਲੈ ਗਿਆ, ਸੌਰੀ, ਤੇ ਬੈਕ ਤੁਹਾਨੂੰ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਬੜਾ ਐਕਸਪਲੇਨ ਖੁੱਲ ਕੇ ਕੀਤਾ ਹੈਗਾ। ਸੋ ਸਾਡੇ ਗੈਸਟ ਬਲ ਬਹਾਦਰ ਜੀ, ਜੋ ਸਰਕਾਰ ਇਸ ਵਕਤ ਇਸ ਡਿਸਟਰੈਕਸ਼ਨ ਦੇ ਕੇ ਇਸ ਅੰਦੋਲਨ ਨੂੰ ਖਤਮ ਕਰਨ ਲਈ ਜਾਂ ਡੀਰੇਲ ਕਰਨ ਦੇ ਲਈ ਇੱਕ ਬੜੇ ਵੱਡੇ ਪੱਧਰ ਦੇ ਉੱਤੇ ਡਿਸਟਰੈਕਸ਼ਨ ਕ੍ਰੀਏਟ ਕਰ ਰਹੇ ਆ, ਤੇ ਹੁਣ ਲੇਟਲੀ ਉਹ ਉਹਨਾਂ ਦਾ ਸਾਰਾ ਕੁਝ ਫੇਲ ਸਾਬਤ ਹੋ ਰਿਹਾ, ਤੇ ਇਸ ਵਕਤ ਉਹ ਇਸ ਨੂੰ ਧਰਮ ਦੇ ਨਾਂ ਤੇ ਵੰਡਣਾ ਚਾਹੁੰਦੇ ਆ, ਹਿੰਦੂ ਸਿੱਖ ਦੇ ਨਾਂ ਤੇ ਵੰਡਣਾ ਚਾਹੁੰਦੇ ਆ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਗੱਲ ਜਿਹੜੀ ਆ ਕਾਫੀ ਠੀਕ ਕਹਿ ਰਹੇ ਹੋ ਤੁਸੀਂ ਕਿ ਇਹ ਕੋਸ਼ਿਸ਼ਾਂ ਤਾਂ ਜਾਰੀ ਨੇ, ਪਰ ਇਹ ਆ ਕਿ ਜਿਹੜੀ ਹਰਿਆਣੇ ਦੇ ਲੋਕ ਜਿੱਦਾਂ ਖੜੇ ਹੋਏ ਨੇ, ਜਿੱਦਾਂ ਰਾਜਸਥਾਨ ਦੇ ਲੋਕਾਂ ਨੇ ਆਣ ਕੇ ਕਿਹਾ ਹੈ ਕਿ ਪੰਜਾਬੀ ਭਰਾਵੋ ਤੁਸੀਂ ਸਾਨੂੰ ਵੀ ਜਗਾਇਆ ਆ ਤੇ ਤੁਸੀਂ ਮੋਹਰੀ ਬਣੇ ਹੋ ਤੇ ਅਸੀਂ ਵੀ ਇਸ ਸੰਘਰਸ਼ ਦੇ ਨਾਲ ਜੁੜਦੇ ਹਾਂ। ਉਹ ਜਿਹੜਾ ਇੱਕ ਹਿੰਦੂ ਸਿੱਖ ਏਕਤਾ ਦਾ ਆਲਰੇਡੀ ਜਿਹੜੀ ਉਹ ਐਸਟੈਬਲਿਸ਼ਡ ਕਰ ਦਿੱਤਾ ਉਹਨਾਂ ਨੇ। ਦੂਜੀ ਗੱਲ ਇਹ ਆ ਕਿ ਜਿਹੜੇ ਹੁਣ ਲੋਕ ਪੈਦਾ ਕਰ ਰਹੇ ਨੇ, ਜਿਹੜੇ ਤੌਖਲੇ ਪੈਦਾ ਕਰਦੇ ਆ, ਉਹ ਸਾਰੇ ਜਿਹੜੀ ਸਾਡੀ ਉੱਥੇ ਬਹੁਤ ਵਧੀਆ ਬੁਲਾਰੇ ਤੇ ਬਹੁਤ ਵਧੀਆ ਜਿਹੜੇ ਲੀਡਰ ਨੇ, ਜਿਹੜੇ ਉਸ ਵੇਲੇ ਇਸ ਵੇਲੇ ਕੰਟਰੋਲ ਕਰ ਰਹੇ ਨੇ ਉੱਥੇ ਸਾਰੀ ਪ੍ਰੋਟੈਸਟ ਨੂੰ। ਜਿੰਨੇ ਵੀ ਫਾਰਮਰਸ ਦੇ ਲੀਡਰ ਨੇ ਉਹਨਾਂ ਨੇ ਬਹੁਤ ਤਰੀਕੇ ਨਾਲ ਇਹ ਸਾਰਾ ਕੁਝ ਕੰਟਰੋਲ ਕੀਤਾ ਹੋਇਆ, ਤੇ ਮੈਂ ਸਮਝਦਾ ਕਿ ਇਸੇ ਤਰ੍ਹਾਂ ਹੀ ਜੇ ਉਹ ਰਹਿਣਗੇ ਏਕਤਾ ਦੇ ਨਾਲ, ਜਿਹੜਾ ਕਿ ਉਹਨਾਂ ਨੇ ਸਾਬਤ ਕੀਤਾ ਕਿ ਬਿਲਕੁਲ ਏਕਤਾ ਦੇ ਵਿੱਚ ਨੇ, ਉਹ ਇਹ ਜਿਹੜਾ ਪ੍ਰੋਟੈਸਟ ਹੈ ਇਹ ਜ਼ਰੂਰ ਰੰਗ ਦਿਖਾਵੇਗਾ ਤੇ ਆਪਣਾ ਚਾਹੁੰਦਾ ਹੋਇਆ ਟਾਰਗੇਟ ਮੰਨ ਕੇ ਜਿਹੜੇ ਚੱਲੇ ਸੀ ਉਹ ਲੈ ਕੇ ਵਾਪਸ ਪੰਜਾਬ ਆਉਣਗੇ। ਤੇ ਸਾਨੂੰ ਸਾਰਿਆਂ ਨੂੰ ਬਹੁਤ ਪੁਰਜ਼ੋਰ ਸ਼ਬਦਾਂ ਵਿੱਚ ਤੇ ਜਿੰਨੀ ਵੀ ਸਾਡੇ ਕੋਲੋਂ ਹੈਲਪ ਹੋ ਸਕੇ ਅਸੀਂ ਉਸ ਦੀ ਜ਼ਰੂਰ ਕਰੀਏ। ਪਰ ਅਸੀਂ ਉਹਨਾਂ ਨੂੰ ਕਾਲਾ ਵੀ ਕਰਦੇ ਹਾਂ, ਉਹ ਕਹਿੰਦੇ ਵੀ ਇੱਥੇ ਕੁਛ ਨਹੀਂ ਚਾਹੀਦਾ, ਸਾਨੂੰ ਕੁਛ ਨਹੀਂ ਚਾਹੀਦਾ, ਕੁਛ ਵੀ ਭੇਜਣ ਦੀ ਜ਼ਰੂਰਤ ਨਹੀਂ। ਪਰ ਪੰਜਾਬੀਆਂ ਦੇ ਸਦਕੇ ਜਾਈਏ, ਬੜੇ ਲੋਕਾਂ ਨੇ ਜਿਹੜੇ ਕਿ ਇਹ ਪੰਜਾਬੀ ਬੇਸ ਦੇ ਲੋਕ ਨੇ, ਸੋਨੂੰ ਸੂਦ ਨੇ 10,000 ਹਰ ਇੱਕ ਜੋ ਪਰ ਲਾਈਫ ਉਹਨਾਂ ਨੂੰ ਜਿਹੜੇ ਬੰਦੇ ਉੱਥੇ ਸ਼ਹੀਦ ਹੋਏ ਨੇ ਉਹਨਾਂ ਦੀ ਫੈਮਿਲੀ ਨੂੰ ਦੇਣ ਲਈ ਵਾਅਦਾ ਕੀਤਾ। SP ਜੋ ਓਬਰਾਏ ਨੇ ਉਹਨਾਂ ਨੇ 30 ਕਰੋੜ 300 ਕਰੋੜ ਰੁਪਈਆ ਉੱਥੇ ਦਿੱਤਾ। ਖਾਲਸਾ ਏਡ ਨੇ 33 ਅਰਬ ਰੁਪਈਆ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਹੈਗਾ ਪਿਆ ਹੋਇਆ,
ਜਿਹੜਾ ਅਸੀਂ ਕਦੀ ਵੀ ਖਰਚ ਕਰ ਸਕਦੇ ਹਾਂ। ਕੋਈ ਚੀਜ਼ ਦੀ ਜ਼ਰੂਰਤ ਹੋਏ, ਹਰ ਇੱਕ ਚੀਜ਼ ਲਈ ਸਾਡੇ ਕੋਲ ਮਾਇਆ ਹੈਗੀ ਆ। ਇਹ ਇੱਕ ਪੰਜਾਬੀਆਂ ਦਾ ਬਹੁਤ ਵੱਡਾ ਮਾਣ ਹੈ ਕਿ ਇੰਨੀ ਜ਼ਿਆਦਾ ਇੰਨੇ ਛੋਟੇ ਸਮੇਂ ਵਿੱਚ ਮਾਇਆ ਇਕੱਤਰ ਹੋਈ ਹੈ ਕਿ ਇਟ ਇਜ਼ ਏ ਐਗਜ਼ਾਮਪਲ ਇਨ ਇਟਸੈਲਫ। ਮੈਂ ਇਸ ਗੱਲ ਤੇ ਬਹੁਤ ਖੁਸ਼ ਹਾਂ ਤੇ ਸਾਰੇ ਪੰਜਾਬੀਆਂ ਨੂੰ ਇਸ ਗੱਲ ਦੇ ਉੱਤੇ ਮਾਣ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਬਲ ਬਹਾਦਰ ਜੀ। ਸੋ ਇਹ ਜਿਹੜਾ ਕਿਸਾਨ ਅੰਦੋਲਨ ਸ਼ੁਰੂ ਹੋਇਆ, ਇਹ ਇਸ ਵਕਤ ਇੱਕ ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ। ਇਹਦੇ ਵਿੱਚ ਹਰ ਇੱਕ ਧਰਮ ਇਨਵੋਲਵ ਆ, ਇਹਦੇ ਵਿੱਚ ਹਰ ਇੱਕ ਧਰਮ ਦੇ ਲੋਕ ਇਨਵੋਲਵ ਆ, ਕਿਉਂਕਿ ਜੇ ਫਾਰਮਰ ਦੀ ਜ਼ਮੀਨ ਜੋ ਇਹ ਫਿਊਚਰ ਦੇ ਵਿੱਚ ਜਿਹੜੇ ਇਸ ਕਾਲੇ ਕਾਨੂੰਨਾਂ ਦਾ ਜਿਹੜਾ ਇੰਪੈਕਟ ਹੈ, ਉਹ ਹਰ ਇੱਕ ਧਰਮ ਤੇ ਹਰ ਇੱਕ ਜਾਤ ਤੇ ਬੇਸਿਕਲੀ ਇੰਡੀਆ ਦਾ ਅਰਥਚਾਰਾ ਤਬਾਹ ਕਰਨ ਦੇ ਤੁੱਲ ਹੈ ਇਹ ਕਾਨੂੰਨ। ਸੋ ਆਪਾਂ ਅਗਲੀ ਟੌਪਿਕ ਵੱਲ ਵਧਦੇ ਹੋਏ, ਗਰੇਵਾਲ ਸਾਹਿਬ ਤੁਹਾਡੇ ਤੋਂ ਇਹ ਤੁਹਾਡੀ ਵੀ ਇਸ ਗੱਲ ਬਾਰੇ ਇਨਪੁਟ ਲਵਾਂਗੇ। ਜੋ ਇਸ ਵਕਤ ਇੰਡੀਅਨ ਗਵਰਨਮੈਂਟ ਪਾਰਲੀਮੈਂਟ ਸੈਸ਼ਨ, ਲੋਕ ਸਭਾ ਦਾ ਜੋ ਸੈਸ਼ਨ ਆ, ਉਸ ਨੂੰ ਕਰੋਨਾ ਦਾ ਬਹਾਨਾ ਬਣਾ ਕੇ ਤੇ ਸਾਰੀਆਂ ਪਾਰਟੀਆਂ ਦੀ ਬੈਕਿੰਗ ਦੇ ਨਾਲ ਸਾਰੀਆਂ ਪਾਰਟੀਆਂ ਇਸ ਗੱਲ ਤੇ ਸਹਿਮਤ ਆ ਕਿ ਕਰੋਨਾ ਦਾ ਬਹਾਨਾ ਬਣਾ ਕੇ ਜੋ ਲੋਕ ਸਭਾ ਦਾ ਇੱਕ ਸੈਸ਼ਨ ਨਹੀਂ ਕਰਵਾ ਰਹੀ, ਜੋ ਸਰਦਰੁੱਤ ਸੈਸ਼ਨ ਹੁੰਦਾ, ਉਸ ਤੋਂ ਭੱਜ ਗਈ ਆ ਗਵਰਨਮੈਂਟ। ਤੇ ਜੋ ਇਸ ਨਾਲ ਸਾਰੀਆਂ ਪਾਰਟੀਆਂ ਐਕਸਪੋਜ਼ ਹੁੰਦੀਆਂ, ਕਿਉਂਕਿ ਜੋ ਲੋਕਾਂ ਦੇ ਨੁਮਾਇੰਦੇ ਆ, ਉਹਨਾਂ ਨੇ ਜੋ ਗੱਲ ਲੋਕ ਸਭਾ ਦੇ ਵਿੱਚ ਰੱਖਣੀ ਆ ਉਹ ਔਨ ਦਾ ਰੈਕਡ ਹੋਣੀ ਹੈ। ਤੇ ਗਵਰਨਮੈਂਟ ਬੇਸਿਕਲੀ ਸਾਰੀਆਂ ਹੀ ਪਾਰਟੀਆਂ ਇੱਕ ਅਦਾਰੇ, ਪ੍ਰਾਈਵੇਟ ਅਦਾਰੇ ਦੇ ਡਰ ਕਰਕੇ ਲੋਕਾਂ ਦੇ ਜੋ ਫਰਜ਼ ਆ ਉਸ ਤੋਂ ਭੱਜ ਰਹੀਆਂ। ਤੁਸੀਂ ਪਲੀਜ਼ ਉਸ ਦੇ ਬਾਰੇ ਗੱਲ ਕਰੋ। ਮੇਰਾ ਇਹ ਇੰਨੇ ਜ਼ਿਆਦਾ ਐਕਸਪਰਟੀਜ਼ ਇਸ ਸਬਜੈਕਟ ਦੀ ਨਹੀਂ ਹੈਗੀ। ਮੈਨੂੰ ਹੁਣ ਇੰਡੀਆ ਛੱਡੇ ਨੂੰ ਤਕਰੀਬਨ 40 ਸਾਲ ਹੋ ਗਏ ਨੇ ਵੈਸੇ ਤਾਂ, ਪਰ ਜਿਹੜਾ ਇਸ਼ੂ ਇਹਦੇ ਚੋਂ ਨਿਕਲਦਾ ਜੀ ਉਹ ਇਹ ਹੈ ਕਿ ਜਦੋਂ ਇਹ ਕੁਆਇਟਲੀ ਪਾਸ ਕੀਤਾ ਗਿਆ, ਇਹਦੇ 'ਚ ਨਾ ਤਾਂ ਐਗਰੀਕਲਚਰ ਐਕਸਪਰਟਸ ਨੂੰ ਲਿਆ ਗਿਆ, ਨਾ ਇਹਦੇ 'ਤੇ ਕੋਈ ਵਿਚਾਰ ਹੋਇਆ, ਨਾ ਸਟੇਟ ਗੌਰਮੈਂਟਸ ਨਾਲ ਹੋਇਆ। ਜਿਹੜੀਆਂ 2-4 ਇੰਟੈਲੈਕਚੁਅਲ ਟਾਈਪ ਬੰਦੇ ਸੀਗੇ ਇੱਥੇ, ਉਹਨਾਂ ਨੇ ਰੌਲੇ ਵੀ ਪਾਏ, ਵਾਕਆਊਟ ਵੀ ਕੀਤੇ, ਪਰ ਉਸ ਮੈਗਨੀਚਿਊਡ ਤੇ ਨਹੀਂ ਹੋ ਸਕਿਆ, ਕਿਉਂਕਿ ਜਿਹੜਾ ਅੰਨੇ ਭਗਤ ਵਾਲਾ ਮੋਮੈਂਟਮ ਚੱਲ ਰਿਹਾ ਦੇਸ਼ 'ਚ, ਉਸ ਅੰਨੇ ਭਗਤ ਦੇ ਜਿੰਨੇ ਲਾਅ ਮੇਕਰਸ ਨੇ, ਹੰਸਰਾਜ ਹੰਸ ਲਾ ਲਓ, ਸਨੀ ਦਿਓਲ ਲਾ ਲਓ, ਜਿਹੜੇ ਬੰਦਿਆਂ ਦੇ ਕੋਲੇ ਕੋਈ ਇੰਟੈਲੈਕਚੁਅਲਿਟੀ, ਵਿਜ਼ਨ, ਇਸ ਕਿਸਮ ਦੀ ਕੋਈ ਰਿਸਰਚ, ਇਸ ਕਿਸਮ ਦੀ ਕੋਈ ਐਕਸਪੋਜ਼ਰ, ਇਸ ਕਿਸਮ ਦਾ ਕੋਈ ਐਕਸਪੀਰੀਅੰਸ, ਇਸ ਕਿਸਮ ਦੀ ਕੋਈ ਵੀ ਉਹਨਾਂ ਕੋਲੇ ਟੈਕਨੀਕਲ ਨੋ ਹਾਉ ਨਹੀਂ ਗਈ, ਉਹਨਾਂ ਤੋਂ ਤੁਸੀਂ ਕੀ ਐਕਸਪੈਕਟ ਕਰੋਗੇ ਕਿ ਉਹ ਬੀਜੇਪੀ ਨੂੰ ਪਾਰਟੀ ਲਾਈਨਸ ਦੇ ਪਰੇ ਜਾ ਕੇ ਵੋਟ ਕਰਨਗੇ? ਬਿਲਕੁਲ ਨਹੀਂ। ਉਹਨਾਂ ਨੇ ਬਿਲਕੁਲ ਕੁਆਇਟਲੀ ਇਸ ਮਸਲੇ ਨੂੰ ਅਪਰੂਵ ਕਰਕੇ ਅਚਾਨਕ ਫਾਰਮਰਸ ਦੇ ਮੂਹਰੇ ਲੈ ਆਂਦਾ ਤੇ ਫਾਰਮਰਸ ਨੂੰ ਕਹਿੰਦੇ ਲਓ ਜੀ ਅਸੀਂ ਤੁਹਾਡੇ ਤੇ ਆਹ ਕਰਨ ਲੱਗੇ, ਬਸ ਤੁਹਾਡੀ ਤਾਂ ਇਨਕਮ ਦੂਰੀ ਹੋ ਜਾਣੀ ਹੈ। ਉਹ ਉਵੇਂ ਜਿਵੇਂ ਸਨੀ ਦਿਓਲ, ਉਵੇਂ ਜਿਵੇਂ ਉਹ ਹੰਸਰਾਜ ਹੰਸ, ਉਵੇਂ ਜਿਵੇਂ ਉਹਨਾਂ ਦਾ ਕੁੜਮ ਕਹੀ ਜਾਂਦਾ ਇਹ ਤਾਂ ਬੜਾ ਬੈਨੀਫੀਸ਼ੀਅਲ ਹੈ। ਜਦੋਂ ਸਾਨੂੰ ਪਤਾ ਕਿ ਇਹ ਬੈਨੀਫੀਸ਼ੀਅਲ ਹੋ ਨਹੀਂ ਸਕਦਾ, ਮੈਂ ਤੁਹਾਨੂੰ ਇੱਕ ਬੜੀ ਟੈਕਨੀਕਲ ਬਨਾਨਾ ਮਾਡਲ ਦੇ ਨਾਲ ਉਦਾਹਰਣ ਦੇਣੀ ਚਾਹੁੰਦਾ। ਬਿਲਕੁਲ ਜੀ, ਬਿਲਕੁਲ। ਆਹ ਦੇਖੋ, ਆਹ ਕੇਲੇ ਦੇ ਉੱਪਰ ਤੁਹਾਨੂੰ ਮੋਹਰ ਦਿਖਦੀ ਹੈ ਕਿ ਇਹ ਡੋਲ ਕੰਪਨੀ, ਜਿਹੜੀ ਕਿ ਬਿਲੀਅਨਸ ਡਾਲਰਸ ਦੀ ਕੰਪਨੀ ਹੈ, 1/3 of bananas are produced in Ecuador. ਜੇ ਤੁਸੀਂ ਇਹ ਨਹੀਂ ਮੋਹਰ ਦੇਖੋਗੇ ਇਹਦੇ ਤੇ, ਤਾਂ ਤੁਹਾਨੂੰ ਦੂਜੀ ਮੋਹਰ ਦਿਖੂਗੀ ਇਹਦੇ ਤੇ, ਚਕੀਟਾ। ਜੇ ਉਹ ਨਹੀਂ ਦੇਖੋਗੇ, ਸਿਰਫ ਇੱਕ ਤੀਜੀ ਮੋਹਰ ਹੈ, ਉਹ ਹੈਗੀ ਆ ਡੈਲ ਮੋਂਟੇ, ਜਿਹੜੀ ਕੈਚਅਪ ਵਗੈਰਾ 'ਚ ਵੀ ਮਸ਼ਹੂਰ ਆ। ਇਹ ਤਿੰਨੋਂ ਕੰਪਨੀਆਂ ਨੇ ਜਿਨ੍ਹਾਂ ਤੇ ਤੁਸੀਂ ਈਜ਼ੀਲੀ ਇਹ ਕਹਿ ਸਕਦੇ ਹੋ ਕਿ ਮੋਦੀ ਦਾ ਜ਼ੋਰ ਲੱਗਿਆ ਹੋਇਆ ਕਿ ਡੋਲ ਵਾਲੀ ਕੰਪਨੀ ਦੇ ਨਾਂ ਤੇ ਅਡਾਨੀ, ਡੈਲਮੋਂਟੇ ਵਾਲੀ ਤੇ ਅਬਾਨੀ, ਤੇ ਤੀਜੀ ਤੇ ਕੋਈ ਹੋਰ ਕੋਈ ਉਹ ਜਿਹਾ ਨੈਸ਼ਨਲ ਲੈਵਲ ਦਾ ਚੋਰ। ਇਹ $25 ਦੇ ਕਰੀਬ ਰੀਟੇਲ ਹੁੰਦਾ ਅਮਰੀਕਾ 'ਚ, 50 ਪਾਉਂਡ ਦਾ ਬਾਕਸ। ਤੁਹਾਨੂੰ ਇਸ ਗੱਲ ਦਾ ਗਿਆਨ ਆ ਕਿ ਇਕੁਆਡੋਰ ਦੇ ਫਾਰਮ ਨੂੰ ਉਹਦੇ ਚੋਂ ਕੀ ਮਿਲਦਾ? 10%। That's exactly the model they want to put to these, ਇਹਨਾਂ ਨੂੰ ਅਡਾਨੀ ਅੰਬਾਨੀ ਤੋਂ ਲੈ ਕੇ ਸਾਡੇ ਫਾਰਮਰਸ ਤੋਂ। ਇਹ ਕੰਪਨੀਆਂ ਕਰਪਟ ਵੀ ਨੇ। ਪਿੱਛੇ ਜਿਹੀ ਹਲੇ ਡੋਲ ਕੰਪਨੀ ਨੇ $933 ਮਿਲੀਅਨ ਦਾ ਕੇਸ ਇਕੁਆਡੋਰ 'ਚ ਰਿਜ਼ੋਲਵ ਕੀਤਾ।
ਲੇਬਰ ਦੇ ਨਾਲ, ਫਾਰਮਰਸ ਦੇ ਨਾਲ। ਦੈਟਸ ਵੀ ਨੋ ਇਟ। ਇਹ ਹੋ ਰਹੇ ਕੀ ਨੇ? ਕੀ ਤੁਸੀਂ ਇਹਨਾਂ ਤੋਂ ਇਹ ਐਕਸਪੈਕਟ ਕਰਦੇ ਹੋ ਜਿਨ੍ਹਾਂ ਨੇ ਅੱਜ ਤਾਈਂ ਇੱਕ ਆਨਾ ਚੈਰਿਟੀ ਦਾ ਨਹੀਂ ਕੀਤਾ, ਇੰਨੇ ਰਿਚ ਹੋਣ ਦੇ ਬਾਵਜੂਦ ਤੁਸੀਂ ਅਡਾਨੀ ਅੰਬਾਨੀ ਨੂੰ ਹੋਰ ਸਾਤੋਂ ਕੀ ਕਰੋਗੇ? ਅਸੀਂ ਕਿਹੜੀ ਗੱਲ ਕਰਕੇ ਉਹਨਾਂ ਤੇ ਟਰਸਟ ਕਰੀਏ? ਬਿਲਕੁਲ 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 ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਬੇਸਿਕਲੀ ਜਿਹੜਾ ਭਾਜੀ ਇੱਕ ਮਿੰਟ ਬਰਾੜ ਸਾਹਿਬ, ਹਾਂਜੀ ਇਹਦੇ ਵਿੱਚ ਜਿਨ੍ਹਾਂ ਨੇ ਸਾਈਨ ਕੀਤੇ ਸੀ ਇਹਨਾਂ ਨੇ ਦੱਸਿਆ ਕਿ ਉਹਦੇ ਵਿੱਚ ਕੁਝ ਇੰਪੋਰਟੈਂਟ ਬੰਦੇ ਛੱਡ ਗਏ। ਉਹਦੇ ਵਿੱਚ ਸਾਡੇ ਜਿਹੜੇ ਸੋ ਕਾਲਡ ਪੰਜਾਬ ਦੇ ਰਾਖੇ, ਉਹਨਾਂ ਦੀ ਨੂੰਹ ਤੇ ਉਹਨਾਂ ਦਾ ਬੇਟਾ ਦੋਨੋਂ ਉੱਥੇ ਇਸ ਉਹ ਜਿਹੜੇ ਲਾਅ ਬਣਾਇਆ ਸੀ ਉਹਦੇ ਉੱਤੇ ਦਸਤਖਤ ਕਰਕੇ ਆਏ ਆ। ਤੇ ਉਹਨਾਂ ਨੂੰ ਵੀ ਇਹ ਆ ਕਿ ਪਤਾ ਹੋਣਾ ਚਾਹੀਦਾ ਹੈ ਕਿ ਇਹ ਜਿਹੜਾ ਕਿਸਾਨਾਂ ਦੇ ਪਿੱਠ ਵਿੱਚ ਛੁਰਾ ਮਾਰਨ ਲਈ ਬਾਦਲ ਸਰਕਾਰ ਨੇ ਵੀ ਬਹੁਤ ਜ਼ਿਆਦਾ ਕੰਮ ਕੀਤਾ ਹੈ। ਉਹਦੇ ਚ ਐਡ ਕਰਨਾ ਚਾਹੁੰਦਾ ਜੀ, ਮੇਰੇ ਤੋਂ ਛੱਡ ਹੋ ਗਿਆ, ਮੈਂ ਜ਼ਿਆਦਾ ਲੈ ਗਿਆ ਇਸ ਕਰਕੇ। ਅਦਰਵਾਈਜ਼ ਮੈਂ ਤਾਂ ਸਗੋਂ ਉਹ ਯਾਦ ਦਿਲਾਉਣੀ ਚਾਹੁੰਦਾ ਕਿ ਕਿਸੇ ਵੇਲੇ ਤੁਹਾਨੂੰ ਚੇਤੇ ਹੋਣਾ, ਇਸੇ ਪਰਿਵਾਰ ਦਾ ਬਿਆਨ ਆ ਰਿਹਾ ਸੀ ਕਿ ਤਾਊ ਨੂੰ ਵੋਟਾਂ ਪਾਓ ਤੇ ਨੋਟਾਂ ਦੇ ਟਰੱਕ ਭਰ ਭਰ ਕੇ ਆਏ ਕਰਨਗੇ। ਬਿਲਕੁਲ 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 ਜੀ। ਸਾਡੀ ਜਿਹੜੀ ਪ੍ਰੋਸੈਸਿੰਗ, ਫੂਡ ਐਂਡ ਪ੍ਰੋਸੈਸਿੰਗ ਦੀ ਮਿਨਿਸਟਰ ਰਹੀ ਹੈ, ਯੂਨੀਅਨ ਮਿਨਿਸਟਰ, ਉਹਨੇ ਸਾਨੂੰ ਪੰਜਾਬ ਦੀ ਕਿਹੜੀ ਇੰਡਸਟਰੀ ਦਿੱਤੀ ਹੈ? ਕਿਹੜੇ ਫੂਡ ਅਸੀਂ ਪ੍ਰੋਸੈਸ ਕਰਨ ਲੱਗੇ ਜਿਨ੍ਹਾਂ ਤੇ ਹੁਣ ਸਾਡੀ ਪ੍ਰੋਡਕਟ ਆਫ ਪੰਜਾਬ ਮੋਹਰ ਲੱਗਣ ਲੱਗੀ? ਇੱਕ ਫਰੂਟ ਗਿਣਾ ਦੋਗੇ, ਇੱਕ ਜੈਮ ਗਿਣਾ ਦੋਗੇ, ਇੱਕ ਫਰੂਟ ਪ੍ਰੀਜ਼ਰਵੇਟਿਵ, ਇੱਕ ਕੈਚਅਪ ਬਣਾ ਦੋਗੇ, ਗਿਣਾ ਦੋਗੇ? ਸਾਡੀ ਜਿਹੜੀ ਮੰਦਭਾਗੀ ਹੈ ਉਹ ਇਹ ਹੈ ਕਿ ਪਰਿਵਾਰ ਪਾਲੇ ਨੇ ਅਸੀਂ। ਪੰਜਾਬ ਦੇ ਫਾਰਮਰ ਜਿਹੜਾ ਅੰਨਦਾਤਾ ਸੀਗਾ, ਪੰਜਾਬ ਦਾ ਫੂਡ ਗਰੋਅਰ ਸੀ, ਜਿਹਨੇ ਸਟਰਗਲ ਕੀਤੀ ਜਦੋਂ ਗ੍ਰੀਨ ਰੈਵੋਲੂਸ਼ਨ ਲੱਗਿਆ ਤੇ ਹਲ ਵਾਹਿਆ ਤੇ ਜਾ ਕੇ ਮਿਹਨਤਾਂ ਨਾਲ, ਉਦੋਂ ਕਿਹੜੀ ਮਸ਼ੀਨਰੀ ਹੁੰਦੀ ਸੀ? ਸਾਨੂੰ US ਨੇ ਬਾਅਦ ਚ ਟੈਕਨੋਲੋਜੀ ਦਿੱਤੀ ਹੈ, ਠੀਕ ਆ। ਅਸੀਂ ਆਪਦੀ ਮਿਹਨਤ ਦੇ ਬਲਬੂਤੇ ਅਸੀਂ ਪੰਜਾਬ ਨੂੰ, ਇੰਡੀਆ ਨੂੰ ਸੈਲਫ ਸਫੀਸ਼ੀਐਂਟੀ ਵੱਲ ਲੈ ਕੇ ਗਏ ਆ। ਪਰ ਹੁਣ ਅੱਜ ਕੱਲ ਜਦੋਂ ਸਰਪਲਸ ਹੋਣ ਲੱਗਿਆ ਤਾਂ ਹੁਣ ਤੁਸੀਂ ਸਾਤੋਂ ਹੱਕ ਖੋ ਕੇ ਜਿਹੜੀ ਇਹ ਡਿਸਪੈਰਿਟੀ ਆ ਉਹ ਅੰਬਾਨੀ ਤੇ ਅਡਾਨੀ ਦੀ ਜੇਬ 'ਚ ਪਾ ਦੋਗੇ। ਬਿਲਕੁਲ, ਵੈਰੀ ਗੁੱਡ ਪੁਆਇੰਟ ਸਰ। ਬਹੁਤ ਵਧੀਆ ਜੀ। ਇਸ ਹਮਾਮ ਦੇ ਵਿੱਚ ਜੇ ਆਪਾਂ ਗੱਲ ਕਰੀਏ, ਸਾਰੀਆਂ ਪਾਰਟੀਆਂ ਹੀ ਨੰਗੀਆਂ ਜੀ। ਜੇਕਰ ਅਕਾਲੀ ਦਲ ਵੱਲੋਂ ਬੀਬਾ ਜੀ ਸੈਂਟਰ ਦੇ ਵਿੱਚ ਮਿਨਿਸਟਰ ਸੀਗੇ ਜਦੋਂ ਇਹ ਬਿੱਲ ਪਾਸ ਹੁੰਦਾ, ਤੇ ਜਿਹੜਾ ਬਿੱਲ ਜਿਹੜੀ ਕਮੇਟੀ ਨੇ ਬਣਾਇਆ ਆ, ਤੇ ਪੰਜਾਬ ਦੇ CM ਜਿਹੜੇ ਕਿ ਕਾਂਗਰਸ ਹੈਗੇ ਤਾਂ ਕਾਂਗਰਸ ਦੇ ਆ, ਪਰ ਉਸ ਨੂੰ ਅਸੀਂ ਜੇ ਕਹੀਏ ਤਾਂ BJP ਦੇ ਹੀ CM ਆ, ਉਹ ਵੀ ਉਸ ਕਮੇਟੀ ਦੇ ਮੈਂਬਰ ਸੀਗੇ। ਬਿਲਕੁਲ ਠੀਕ ਹੈ। ਸੋ ਇਹ ਤੁਸੀਂ ਉਹਦੇ 'ਚ ਇਹ ਐਡ ਕਰਕੇ ਦੇਖੋ, ਜਗਰਾਉਂ ਦੇ ਕੋਲੇ ਇਹਦਾ ਅੰਬਾਨੀਜ਼ ਦਾ ਮਲਟੀ ਮਿਲੀਅਨ ਸਕੁਅਰ ਫੀਟ ਦਾ ਜਿਹੜਾ ਬਣਿਆ ਉਹ ਸੋ ਕਾਲਡ, ਉਹ ਕਿਸ ਚਾਲ ਨਾਲ ਬਣਾਇਆ ਗਿਆ? ਅਕਾਲੀ ਗਵਰਨਮੈਂਟ ਸੀ ਜਦੋਂ ਉਹ ਬਣਿਆ। ਉਹਦਾ ਅੱਜ ਤਾਈਂ ਕਦੇ ਉਹਦੇ ਤੇ ਫਾਰਮਰ ਮਾਰਕੀਟ ਲੱਗੀ ਹੈ? ਕਿਹੜੇ ਫਾਰਮਰ ਨੇ ਅੱਜ ਤਾਈਂ ਉਹਦੇ ਤੇ ਪ੍ਰੋਡਿਊਸ ਦਿੱਤੀ ਹੈ? ਕਰੋੜਾਂ ਰੁਪਏ ਦਾ ਜਾ ਕੇ ਇਨਫਰਾਸਟ੍ਰਕਚਰ ਬਣਾਉਣ ਦੀ ਗੱਲ ਕਰਨ ਲੱਗ ਜਾਂਦੇ। ਫਾਰਮਰ ਵਿਚਾਰੇ ਦੇ ਕਰਜ਼ੇ ਨਹੀਂ ਮਾਫ ਕਰਦੇ। ਕਿੰਨੇ ਲੱਖ ਕਰੋੜ ਦਾ ਅੱਜ ਤਾਈਂ ਮੋਦੀ ਗਵਰਨਮੈਂਟ ਨੇ ਕਰਜ਼ਾ ਮਾਫ ਕੀਤਾ ਇਹਨਾਂ ਅੰਬਾਨੀਆਂ ਅਡਾਨੀਆਂ ਦਾ। ਜਿਹੜੀ ਉਹ ਪਲੈਜ ਲੈਂਦਾ ਸੀਗਾ 2014 ਚ ਵੀ ਮੈਨੂੰ ਇੱਕ ਵਾਰੀ ਬਿਠਾ ਦਿਓ, ਮੈਂ ਪਹਿਲੀ ਮੀਟਿੰਗ 'ਚ ਹੀ ਫਾਰਮਰਸ ਦਾ ਕਰਜ਼ਾ ਮਾਫ ਕਰ ਦੂੰਗਾ, ਉਹਦੇ ਤੋਂ 180 ਡਿਗਰੀ ਟਰਨ ਲੈ ਕੇ ਅੱਜ ਉਹ ਸਾਡੇ ਤੇ ਸਗੋਂ ਅਟੈਕ ਹੋਣਾ ਸ਼ੁਰੂ ਹੋ ਗਿਆ। ਬਿਲਕੁਲ ਗਰੇਵਾਲ ਸਾਹਿਬ, ਉਹ ਤਾਂ ਅਮਿਤ ਸ਼ਾਹ ਨੇ ਜਦੋਂ ਇਲੈਕਸ਼ਨ ਜਿੱਤਦੇ ਆ ਤੇ ਉਹਨਾਂ ਨੇ ਕਹਿਤਾ ਸੀ ਜੋ ਇਲੈਕਸ਼ਨ ਦੇ ਵਿੱਚ ਜਿੱਤਣ ਦੇ ਲਈ ਸੀ ਗੱਲਬਾਤ ਕੀਤੀ ਆ, ਉਹ ਤਾਂ ਇੱਕ ਜੁਮਲਾ ਸੀ। ਉਸ ਤੋਂ ਤਾਂ ਇਹ ਉਸ ਦਿਨ ਹੀ ਮੁਨਕਰ ਹੋ ਗਏ ਸੀ ਜਿਸ ਦਿਨ ਉਹਨਾਂ ਨੇ ਸਰਕਾਰ ਦੀ ਸਹੁੰ ਚੁੱਕ ਲਈ ਸੀ। ਦੇਖੋ ਜੀ, ਪੰਜਾਬੀਆਂ ਦੇ ਕੋਲੇ ਜੁਮਲੇ ਨਹੀਂ ਹੈਗੇ, ਪੰਜਾਬੀਆਂ ਕੋਲੇ ਹੈਗਾ ਹਾਰਡ ਵਰਕ। when we say ਜੈ ਜਵਾਨ ਜੈ ਕਿਸਾਨ, we mean it, ਚਾਹੇ ਉਹ ਬਾਰਡਰ ਤੇ ਹੋਵੇ ਚਾਹੇ ਉਹ ਪੰਜਾਬ 'ਚ ਹੋਵੇ। ਅਸੀਂ ਜਦੋਂ ਸਾਨੂੰ ਫੂਡ ਬਾਸਕਟ ਕਿਹਾ ਗਿਆ, 5% ਜਿਓਗ੍ਰਾਫੀਕਲ ਏਰੀਏ 'ਚੋਂ 2% ਪੋਪੂਲੇਸ਼ਨ, ਯਾਰ 98% ਲੋਕਾਂ ਨੂੰ ਤੁਸੀਂ ਫੀਡ ਕਰਦੇ ਹੋ। ਤੇ ਸਾਡੇ ਕੋਲ ਇਹੋ ਜਿਹੇ ਜੁਮਲੇ ਨਹੀਂ ਹੈਗੇ। ਅਸੀਂ ਗੁਰੂ ਨਾਨਕ ਦਾ ਫਸਟ ਫਾਰਮਰ, ਅਸੀਂ ਉਹਦੀ ਔਲਾਦ ਹਾਂ। ਸਾਨੂੰ এনवायरमेंट ਦਾ ਵੀ ਪਤਾ, ਸਾਨੂੰ ਸਰਬੱਤ ਦੇ ਭਲੇ ਦਾ ਵੀ ਪਤਾ, ਅਸੀਂ ਇਕੁਐਲਿਟੀ ਤੇ ਬ੍ਰਦਰਹੁੱਡ ਦਾ ਵੀ ਪਤਾ। ਅਸਲ 'ਚ ਇਹ ਆਵਾਜ਼ ਕੱਲੇ ਫਾਰਮਰ, ਪੰਜਾਬ ਦੇ ਫਾਰਮਰ ਜਾਂ ਕੱਲੇ ਇੰਡੀਆ ਦੇ ਫਾਰਮਰ ਲਈ ਵੀ ਨਹੀਂ ਗੀ, ਇਹ ਸਰਬੱਤ ਦੇ ਭਲੇ ਲਈ ਹੈ, ਚਾਹੇ ਉਹ ਇਕੁਆਡੋਰ ਦਾ ਫਾਰਮਰ। ਸਾਡੇ ਕੋਲੇ ਅਸੀਂ 48%, 48% ਐਕਸਪੋਰਟ ਹੈ ਸਪਾਈਸਿਸ ਦੀ ਵੀ।
ਜਿਹਦੇ ਚੋਂ ਚਾਈਨਾ ਵੀ ਸਾਡਾ ਕਸਟਮਰ ਹੈਗਾ। 70% ਇੰਡੀਆ ਦੇ ਸਪਾਈਸਿਸ ਦਾ ਸੰਬੰਧ ਇੰਡੀਆ ਦਾ, ਅਰਬਸ ਦਾ, ਮੈਡੀਸਨਸ ਦਾ, ਆਯੁਰਵੈਦਿਕ ਦਾ ਇੰਡੀਅਨ ਫਾਰਮਰ ਨਾਲ ਆ ਜੀ। ਅਸੀਂ ਲੋਕਾਂ ਦੀ ਇਹ ਇੰਟਰਨੈਸ਼ਨਲ ਇਸ਼ੂ ਆ ਅਸਲ 'ਚ। ਜੇ ਅਸੀਂ ਪ੍ਰੋਪਰ ਚੈਨਲ ਦੇ ਨਾਲ ਅਸੀਂ ਇਹਨੂੰ ਐਜੂਕੇਟ ਕਰਦੇ ਜਾਈਏ। ਸਾਡੀ ਸਪੋਰਟ ਸਾਡੇ ਕੋਲ ਅਮਰੀਕਾ ਦੇ ਵੀ ਫਾਰਮਰਸ ਦੀ ਹੈਗੀ, ਉਹ ਜੌਨਸਨ ਆ ਰਿਹਾ ਪ੍ਰਾਈਮ ਮਿਨਿਸਟਰ ਉੱਥੇ, UK ਦੀ ਵੀ ਹੈਗੀ, ਸਾਡੇ ਕੋਲ ਨਿਊਜ਼ੀਲੈਂਡ, ਆਸਟ੍ਰੇਲੀਆ ਦੀ ਵੀ ਹੈਗੀ, ਹੋਰ ਕੰਟਰੀਜ਼ ਦੀ ਵੀ ਹੈਗੀ। We need to sell ourselves to other farmers. Let them join the wagon. We are there for a purpose. ਬਿਲਕੁਲ ਬਹੁਤ ਬਿਲਕੁਲ। ਅੱਛੇ ਭਾਜੀ, ਬਹੁਤ ਅੱਛੇ, ਬਹੁਤ ਵਧੀਆ। ਇਸ ਸਾਡਾ ਟਾਈਮ 8 ਵੱਜ ਗਿਆ ਜੀ। ਸੋ ਇੱਕ ਵੀਡੀਓ ਅਸੀਂ ਦਿਖਾਉਣੀ ਚਾਹਾਂਗੇ। कानून देश के किसानों के लिए लाया ही नहीं गया है। ये कानून लाया गया है जिसकी दो लोगों की ये गुलाम सरकार है, अडानी और अंबानी के लिए। ये 100 एकड़ जमीन हरियाणा के अंदर इसका लैंड यूज चेंज करने के लिए, कोल्ड स्टोरेज बनाने के लिए एप्लीकेशन दी जाती है आज से 2.5 साल पहले अडानी के द्वारा। वो एप्लीकेशन खट्टर सरकार रिजेक्ट कर देती है। और 7 मई 2020 को जब देश में लॉकडाउन लगा हुआ था, जब लोग भुखमरी से मर रहे थे, रेलवे ट्रैक पर मर रहे थे, पूरा देश बंद था, उस समय दफ्तर खोल के 7 मई 2020 को जो एप्लीकेशन खट्टर सरकार ने रिजेक्ट की 2.5 साल पहले, 7 मई 2020 को कहा मालिक आइए 100 एकड़ जमीन लीजिए और यहां पे कोल्ड स्टोरेज बनाइए। 7 मई 2020 तारीख याद रखिएगा संदीप जी। और 5 जून 2020 को 100 एकड़ जमीन देने के बाद बड़े जो हमारे देश के प्रधानमंत्री आदरणीय नरेंद्र मोदी जी हैं, उन्होंने कहा मालिक अब आपके लिए दूसरा कानून मैं बना रहा हूं, असीमित भंडारण। अब मेरा सवाल संजय सिंह, ठीक है, बोलने के लिए ले तो लिया। टाइम जब ये काला कानून पार्लियामेंट में लेके आए थे, इस काले कानून के खिलाफ जितनी शरीर में ताकत है, दम है, क्षमता है, पार्लियामेंट के अंदर मैंने इसका विरोध किया था और मैंने माइक तोड़ा था तो पूरी भाजपा ऊपर से लेकर नीचे तक रो रही थी। माइक तोड़ दिया, माइक तोड़ दिया। आज किसानों की हड्डियां तोड़ी जा रही हैं। मुझे तो निलंबित किया गया, इस सरकार को भी निलंबित होना चाहिए। आंसू गैस के गोले छोड़ रहे हैं, पानी की बौछारें कर रहे हैं, मुकदमे लिख रहे हैं, सड़कें खोद रहे हैं, उनको आतंकवादी कह रहे हैं अन्नदाता को। आपने कभी ऐसी कल्पना की थी कि हिंदुस्तान के अनाज पैदा करने वाले लोगों का पेट भरने वाले लोगों को आतंकवादी कहा जाएगा? कभी किसान ने सपने में भी सोचा था कि ऐसा दिन उनको देखना पड़ेगा? Amazing. ਵੈਰੀ ਗੁੱਡ। ਡਾਕਟਰ ਸਾਹਿਬ ਇਸ ਵੀਡੀਓ ਦੇ ਬਾਬਤ ਗੱਲਬਾਤ ਜਾਰੀ ਰੱਖੋ ਪਲੀਜ਼। ਹਾਂਜੀ, ਦੇਖੋ ਇਹ ਜਿਹੜਾ ਆਪਣਾ ਪਾਰਲੀਮੈਂਟ ਦੀ ਗੱਲ ਕਰ ਰਹੇ ਹੈਗੇ ਆ, ਇਹ ਰਾਜ ਸਭਾ ਦੇ ਵਿੱਚ ਬੀਜੇਪੀ ਨੇ ਸਾਰੀ ਆਪੋਜੀਸ਼ਨ ਜਿਹੜੀ ਸੀਗੀ ਉਹਨੂੰ ਇਗਨੋਰ ਕਰਤਾ। ਇਹਦੀ ਰਾਜ ਸਭਾ ਨੇ ਮੰਗ ਕੀਤੀ ਸੀ ਕਿ ਇਹਦੀ ਵਾਈਡਰ ਕੰਸਲਟੇਸ਼ਨ ਹੋਣੀ ਚਾਹੀਦੀ ਹੈ, ਇਹਦੀ ਜਿਹੜੀ ਹੈਗੀ ਹੈ ਡਿਲੀਬਰੇਸ਼ਨ ਹੋਣੀ ਚਾਹੀਦੀ ਹੈ। ਜਿਵੇਂ ਕਿ ਆਪਣੇ ਗਰੇਵਾਲ ਸਾਹਿਬ ਨੇ ਵੀ ਦੱਸਿਆ ਹੈਗਾ ਕਿ ਇਹ ਚੀਜ਼ ਜਿਹੜੀ ਹੈ ਉਹ ਨਹੀਂ ਹੋਏਗੀ। ਆਫਟਰ ਮੰਥਸ ਆਫ ਡਿਸਕੰਟੈਂਟ ਜਿਹੜੇ ਫਾਰਮਰ ਸੀਗੇ, ਇਮੀਡੀਏਟਲੀ ਨਹੀਂ ਇਹ ਦਿੱਲੀ ਨੂੰ ਤੁਰੇ। ਪਹਿਲਾਂ ਇਹਨਾਂ ਨੇ ਉੱਥੇ ਰਹਿ ਕੇ ਹਰੇਕ ਆਪਦੇ ਸਟੇਟ ਦੇ ਵਿੱਚ ਰਹਿ ਕੇ ਇਹਨਾਂ ਨੇ ਇਹਦੇ ਬਾਰੇ ਆਪਦੀ ਨਿਰਾਸ਼ਾ ਜਿਹੜੀ ਹੈ ਉਹ ਜ਼ਾਹਿਰ ਕੀਤੀ ਤੇ ਉਸ ਤੋਂ ਬਾਅਦ ਫਿਰ ਇਹ ਜਿਹੜੇ ਆ ਦਿੱਲੀ ਵੱਲ ਨੂੰ ਤੁਰੇ ਆ ਤੇ ਜੋ ਉਹਨਾਂ ਨੂੰ ਰੁਕਾਵਟਾਂ ਆਈਆਂ ਉਹ ਤੁਸੀਂ ਵੀਡੀਓ ਦੇ ਵਿੱਚ ਸੁਣ ਵੀ ਲਈਆਂ ਹੈਗੀਆਂ। ਬੇਸਿਕਲੀ ਗਵਰਨਮੈਂਟ ਹੈਜ਼ ਅੰਡਰ ਐਸਟੀਮੇਟਡ ਦੀ ਐਂਗਜ਼ਾਇਟੀ ਆਫ ਦੀ ਫਾਰਮਰਸ। ਸੋ ਜੋ ਉਹਨਾਂ ਨੂੰ ਇਸ ਇਲਮ ਸੀ ਜੋ ਇਸ ਲਾ ਦਾ ਉਹਦੇ ਬਾਰੇ ਗਵਰਨਮੈਂਟ ਨੇ ਬਿਲਕੁਲ ਖਿਆਲ ਨਹੀਂ ਕੀਤਾ। ਇਹਨਾਂ ਨੇ ਸਿਰਫ ਆਪਦੇ ਦੋ ਅੰਬਾਨੀ ਤੇ ਅਡਾਨੀ ਬਾਰੇ ਆਪਣਾ ਸੋਚਿਆ ਕਿ ਉਹਨਾਂ ਨੂੰ ਕੀ ਹੋਊਗਾ। ਐਕਚੁਅਲੀ ਮੈਟਰ ਆਫ ਫੈਕਟ ਇਹ ਹੈ ਕਿ ਜੋ ਵੀ ਮੇਜਰ ਅਨਾਊਂਸਮੈਂਟ ਕੀਤੀਆਂ ਮੋਦੀ ਨੇ ਉਹ ਕਿਸੇ ਨੂੰ ਵੀ ਧਿਆਨ ਚ ਰੱਖ ਕੇ ਨਹੀਂ ਕੀਤੀਆਂ, ਉਹ ਹਮੇਸ਼ਾ ਇੱਕ ਡਿਜ਼ਾਸਟਰ ਸਾਬਤ ਹੋਈਆਂ। ਚਾਹੇ ਉਹ ਡੀਮੋਨੇਟਾਈਜੇਸ਼ਨ ਸੀਗੀ, ਚਾਹੇ ਉਹ GST ਸੀਗੀ ਜਿਹਦੇ ਚ ਉਹ ਹੁਣ ਸਟੇਟਾਂ ਨੂੰ ਉਹਨਾਂ ਦਾ ਸ਼ੇਅਰ ਹੀ ਨਹੀਂ ਦੇ ਰਹੇ, ਸਾਰੇ ਪੈਸੇ ਦੇ ਉੱਤੇ ਕਬਜ਼ਾ ਕਰਕੇ ਆਪ ਬੈਠੇ ਆ। ਡੀਮੋਨੇਟਾਈਜੇਸ਼ਨ ਚ ਕਿੰਨੇ ਬੰਦੇ ਮਰੇ ਆ? ਕੋਈ ਇੱਕ ਵੀ ਇਹਦਾ ਜਿਹੜਾ ਮੇਜਰ ਡਿਸੀਜ਼ਨ ਹੈ ਆਪਣਾ ਮੋਦੀ ਦਾ ਉਹ ਦੱਸ ਦਿਓ ਕਿ ਉਹ ਡਿਜ਼ਾਸਟਰ ਨਹੀਂ ਹੋਇਆਗਾ। ਸੋ ਇਹਨਾਂ ਦੇ ਜਿਹੜੇ ਲਾ ਹੈਗੇ ਆ ਇਹ ਡੈਫੀਨੇਟਲੀ ਇਹਦੇ ਚੋਂ ਕੋਈ ਵੀ ਗੱਲ ਤੁਸੀਂ ਕਿਸੇ ਬੰਨੀ ਵੀ ਧਿਆਨ ਨਾ ਦਿਓ। ਤੁਸੀਂ ਇੱਕ ਗੱਲ ਬੰਨੀ ਧਿਆਨ ਦੇ ਲਓ
ਕਿ ਇਹ ਕਹਿੰਦੇ ਆ ਜੀ ਕਿ ਇਹ ਫਰੀडम ਹੈ ਆਪਣਾ ਫਾਰਮਰ ਨੂੰ ਜਿੱਥੇ ਮਰਜ਼ੀ ਜਾ ਕੇ ਆਪਦਾ ਜਿਹੜਾ ਜਿੰਸ ਹੈ ਉਹ ਵੇਚੇ। ਪਰ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ 85% ਫਾਰਮਰ ਆ ਜਿਹੜਾ ਇੰਡੀਆ ਦਾ, ਉਹਦੇ ਕੋਲੇ 5 ਏਕੜ ਤੋਂ ਘੱਟ ਜ਼ਮੀਨ ਹੈ, ਉਹ ਕਿੱਥੇ ਲੈ ਕੇ ਜਾਊਗਾ ਆਪਦੀ ਜਿੰਸ, ਜਦੋਂ ਕਿ ਤੁਸੀਂ MSP ਤੇ ਦੇਣੀ ਨਹੀਂ, ਉਹ ਜੋ ਇਹ ਆਪਣਾ ਸੁਜੈਸਟਡ ਪ੍ਰਾਈਸ ਹੈ ਉਹ ਤੁਸੀਂ ਕਾਨੂੰਨ ਚ ਪਾਈ ਨਹੀਂ, ਉਹ ਤੁਸੀਂ ਖਤਮ ਕਰ ਦੇਣੀ ਹੈ। ਉਹ ਕਿਹੜੀ ਸਟੇਟ ਦੇ ਵਿੱਚ ਲੈ ਕੇ ਜਾਊਗਾ ਜਿੱਥੇ ਤੁਹਾਡਾ ਗਲਬਾ ਨਹੀਂ ਹੋਊਗਾ? ਸਾਰੀ ਥਾਂ ਦੇ ਉੱਤੇ ਤੁਹਾਡੇ 2 ਜਾਂ 3 ਜਿਹੜੇ ਮੇਨ ਕਾਰਪੋਰੇਸ਼ਨ ਹੈ ਉਹਨਾਂ ਦਾ ਗਲਬਾ ਹੋਊਗਾ, ਤੇ ਉਹ ਕੀ ਪ੍ਰਾਈਸ ਦੇਊਗਾ? ਮੈਂ ਮੰਨਦਾ 2 ਜਾਂ 3 ਸਾਲ ਉਹ ਇੰਨੀ ਜ਼ਿਆਦਾ ਪ੍ਰਾਈਸ ਦੇ ਦੇਣਗੇ ਕਿ ਜਿਹੜੀਆਂ ਆਪਣਾ ਹੈਗੀਆਂ ਦੂਜੀਆਂ ਮੰਡੀਆਂ ਉਹਨਾਂ ਨੂੰ ਫੇਲ ਕਰਨ ਵਾਸਤੇ, ਜਦੋਂ ਫੇਲ ਹੋ ਗਈਆਂ ਉਸ ਤੋਂ ਬਾਅਦ ਉਹਨਾਂ ਦਾ ਰਾਜ ਹੈ, ਜਿਵੇਂ ਮਰਜ਼ੀ ਕਰਨ। ਉਹ ਜਿਵੇਂ ਇਹਨਾਂ ਨੇ BSNL, ਕਿਸਨੇ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਸੀ, BSNL ਇਹਨਾਂ ਨੇ ਕਿਵੇਂ ਫੇਲ ਕੀਤਾ ਜੀਓ ਰਾਹੀਂ। ਇਸੇ ਤਰ੍ਹਾਂ ਹੀ ਸਸਤਾ ਦੇ ਕੇ ਫ੍ਰੀ ਲੈ ਲਓ ਜੀ ਜੀਓ। ਮੈਨੂੰ ਚੇਤੇ ਹੈ ਕਿ ਅਸੀਂ ਮੇਰਾ ਅੱਜ ਤੋਂ 7-8 ਸਾਲ ਦੀ ਪਹਿਲਾਂ ਦੀ ਗੱਲ ਹੈ, ਉੱਥੇ ਗਏ ਆ ਆਪਣਾ ਇੰਡੀਆ, ਤੇ ਉੱਥੇ ਸਾਨੂੰ ਜੀਓ ਫ੍ਰੀ ਦੇ ਰਹੇ ਸੀਗੇ ਕਿ ਤੁਸੀਂ ਘੁੰਮੋ ਫਿਰੋ ਜਿੱਥੇ ਮਰਜ਼ੀ ਰੱਖੋ ਜੀ, ਸਾਲ ਵਾਸਤੇ 2 ਸਾਲ ਵਾਸਤੇ ਉਹ ਫ੍ਰੀ ਹੈ। ਕਿਉਂ? ਕਿਉਂਕਿ ਇਹਨੇ BSNL ਫ੍ਰੀ ਕਰਨਾ ਸੀ। ਉਹੀ ਇਹ ਟੈਕਟਿਕ ਜਿਹੜਾ ਹੈ ਉਹ ਫਾਰਮਰ ਦੇ ਨਾਲ ਵਰਤ ਰਹੇ ਹੈਗੇ ਆ ਕਿ ਅਸੀਂ ਆਪਣਾ ਤੁਹਾਨੂੰ ਪ੍ਰਾਈਸ ਜ਼ਿਆਦਾ ਦਿਆਂਗੇ ਜੀ, 2 ਸਾਲ ਬਾਅਦ ਫਾਰਮਰ ਨੂੰ ਕਿਸੇ ਨੇ ਪੁੱਛਣਾ ਨਹੀਂਗਾ। ਕਿਉਂ? ਹੋਰ ਕਿਤੇ ਉਹ ਜਾ ਨਹੀਂ ਸਕਦਾ। ਕਿਉਂ ਨਹੀਂ ਜਾ ਸਕਦਾ? ਮੀਨਸ ਹੀ ਹੈ ਨਹੀਂ। ਜਿਹੜੇ ਬੰਦੇ ਕੋਲੇ 5 ਏਕੜ ਜ਼ਮੀਨ ਹੈ ਉਹ ਆਪਦੀ ਜਿੰਸ ਲੈ ਕੇ ਬਾਹਰ ਤੁਰਿਆ ਫਿਰੂਗਾ ਜਾਂ ਕਿ ਉਹ ਆਪਦੀ ਵਾਹੀ ਕਰੂਗਾ। ਬਿਲਕੁਲ ਬਿਲਕੁਲ ਡਾਕਟਰ ਸਾਹਿਬ। ਬਲ ਬਹਾਦਰ ਜੀ। ਹਾਂਜੀ, ਮੈਂ 1-2 ਪੁਆਇੰਟ ਜਿਹੜੇ ਗਿਲ ਸਾਹਿਬ ਨੇ ਆਲਰੇਡੀ ਕਵਰ ਕਰ ਲਏ ਆ, ਪਰ ਮੈਂ ਇੱਕ ਜਿਹੜਾ ਇੰਪੋਰਟੈਂਟ ਦੱਸਣ ਲੱਗਾ ਉਹ ਇਹ ਆ ਕਿ ਐਕਚੁਅਲੀ ਮੋਨੋਪੋਲੀ ਕ੍ਰੀਏਟ ਕਰਨ ਲਈ ਹੀ ਇਹ ਜਿਹੜਾ ਲਾਅ ਪਾਸ ਕੀਤੇ ਗਏ ਆ। ਕਿਉਂਕਿ ਜਦੋਂ ਅਸੀਂ ਲੋਕਲ ਮੰਡੀਆਂ, ਜਿਵੇਂ ਕਿ ਪੁੱਛ ਮੰਡੀ ਹੈ, ਹਰ ਇੱਕ ਸ਼ਹਿਰ ਦੇ ਵਿੱਚ ਇੱਕ ਮੰਡੀ ਹੈਗੀ ਜਿੱਥੇ ਲਾਗਲੇ ਪਿੰਡ ਦੇ ਲੋਕ ਆ ਕੇ ਉੱਥੇ ਆਪਣੀ ਵਸਤੂ ਨੂੰ ਵੇਚਦੇ ਆ। ਉੱਥੇ ਉਹਨਾਂ ਨੂੰ MSP ਦੇ ਹਿਸਾਬ ਨਾਲ ਉਹ ਪ੍ਰਾਈਸ ਨਹੀਂ ਸੀ ਵੀ ਮਿਲਦਾ, ਜਿਹੜਾ ਉਹ ਗੌਰਮੈਂਟ ਜਿਹੜਾ MSP ਦੀ ਬਾਕੀ ਦੀ ਅਦਾਇਗੀ ਜਿਹੜੀ ਆ ਕਿਸਾਨ ਨੂੰ ਕਰਦੀ ਸੀ, ਜਿਸ ਕਰਕੇ ਉਹਨੂੰ MSP ਮਿਲੀ ਜਾਂਦੀ ਸੀਗੀ ਤੇ ਗੁਜ਼ਾਰਾ ਹੋਈ ਜਾਂਦਾ ਸੀ। ਗੱਲ ਪ੍ਰੋਬਲਮ ਇੱਥੇ ਆ ਗਈ ਹੁਣ ਕਿ ਉਹ ਸਾਰਾ ਕੁਝ ਜਿਹੜੀ ਉੱਥੋਂ ਦੀ ਲੋਕਲ ਮੰਡੀ ਆ, ਜੋ ਅੰਡਾਨੀ ਅੰਬਾਨੀ ਦੇ ਜਿਹੜੇ ਗੋਡਾਊਨ ਖੁੱਲ ਜਾਣਗੇ ਤੇ ਲੋਕਲ ਮੰਡੀਆਂ ਹੋ ਜਾਣਗੀਆਂ ਬੰਦ। ਉਸ ਤੋਂ ਬਾਅਦ ਮੰਡੀ ਸਿਰਫ ਇਹੀ ਰਹਿ ਜਾਏਗੀ ਰਿਲਾਇੰਸ ਦੀ। ਜਿਹੜੀ ਰਿਲਾਇੰਸ ਦੀ ਮੰਡੀ ਆ ਉਹ ਫਿਰ ਮੋਨੋਪੋਲੀ ਬਣ ਗਈ। ਇੱਥੇ ਹੀ ਨਹੀਂ, ਬਿਹਾਰ ਦੇ ਵਿੱਚ ਵੀ ਉਹਨਾਂ ਨੇ ਇਹੀ ਫਾਰਮੂਲਾ ਕੀਤਾ ਹੋਇਆ। ਉੱਥੇ ਦੇ ਕਿਸਾਨਾਂ ਦੀ ਹਾਲਤ ਦੇਖ ਲਓ, ਸਾਡੇ ਕੋਲ ਆਣ ਕੇ ਮਜ਼ਦੂਰੀ ਕਰਦੇ ਆ ਪੰਜਾਬ ਦੇ ਵਿੱਚ ਆ ਕੇ। ਸੋ ਇਹ ਸਾਰਾ ਕੁਝ ਸਾਡੇ ਅੱਗੇ ਸਾਹਮਣੇ ਆਲਰੇਡੀ ਪਿਕਚਰ ਹੈਗੀ ਆ। ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਹੱਥ ਕੰਡੇ ਕਿਵੇਂ ਵਰਤਦੇ ਨੇ, ਔਰ ਉਹੀ ਹੱਥ ਕੰਡੇ ਪੰਜਾਬ ਦੇ ਵਿੱਚ ਵਰਤਣਾ ਚਾਹੁੰਦੇ ਆ। ਤੇ ਇੱਕ ਹੋਰ ਗੱਲ ਆ ਥੋੜੀ ਜੀ, ਕਿ ਜਿਹੜੀ ਸਾਨੂੰ ਸੋਚ ਇਹ ਵੀ ਹੋਣੀ ਚਾਹੀਦੀ ਆ ਕਿ ਅਸੀਂ ਜਿਹੜੇ ਲੋਕ ਪੰਜਾਬ ਦੇ ਨਹੀਂ, ਇਕੱਲੇ ਹਿੰਦੁਸਤਾਨ ਦੇ ਲੋਕ ਆਪਣੀ ਕੀਮਤੀ ਵੋਟ ਨੂੰ ਅਣਜਾਈ ਪਾਉਂਦੇ ਨੇ। ਜਿਹੜੇ ਉਹ ਲੋਕ ਪਾਉਣ ਜਿਨ੍ਹਾਂ ਨੂੰ ਕੁਝ ਉਹ ਸਮਝਣ ਕੇ ਸਮਝਦਾਰ ਤੇ ਇਮਾਨਦਾਰ ਵਿਅਕਤੀ ਨੇ, ਜੇ ਏਦਾਂ ਦੇ ਚੁਣ ਕੇ ਆਏ ਹੋਏ MLA MP, ਉਹ ਹਮੇਸ਼ਾ ਕੁਛ ਨਾ ਕੁਛ ਸੱਚ ਦੀ ਗੱਲ ਕਰਦੇ ਰਹਿਣਗੇ। ਪਰ ਜਿੰਨਾ ਚਿਰ ਅਸੀਂ ਇਸ ਗੱਲ ਵਿੱਚ ਸੋਧ ਨਹੀਂ ਕਰਦੇ, ਮੋਦੀ ਵਰਗੇ ਹੀ ਲੀਡਰ ਜਿਹੜੇ ਆ ਸਾਹਮਣੇ ਆਉਣਗੇ। ਬਦਮਾਸ਼ ਜਿਹੜਾ ਹੈ ਉਹ ਬਦਮਾਸ਼ ਹੀ ਰਹੇਗਾ, ਜਿਹੜਾ ਸ਼ਰੀਫ ਆਦਮੀ ਆ ਉਹ ਸ਼ਰੀਫ ਹੀ ਰਹੇਗਾ। ਮੇਰੀ ਇੰਨੀ ਕੀ ਵਿਚਾਰ ਸੀ ਜੀ। ਬਹੁਤ ਬਹੁਤ ਧੰਨਵਾਦ ਬਲ ਜੀ। ਸੋ ਇਸ ਮੈਂ ਇੱਕ ਵਿਰਾਮ ਲੈਣਾ ਚਾਹੁੰਦਾ ਚਰਚਾ ਤੋਂ। ਇੱਕ ਇੰਪੋਰਟੈਂਟ ਅਪਡੇਟ ਜਿਹੜੀ ਸੈਕਰਾਮੈਂਟੋ, ਕੈਲੀਫੋਰਨੀਆ ਦੀ ਰਾਜਧਾਨੀ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਇੱਕ ਬੜਾ ਵੱਡਾ ਇਕੱਠ ਹੋ ਰਿਹਾ ਫਾਰਮਰ ਪ੍ਰੋਟੈਸਟ ਦੇ ਲਈ, ਕਿਉਂਕਿ ਸਾਰਾ ਇੰਟਰਨੈਸ਼ਨਲ ਉੱਥੇ ਹੁੰਦਾ। ਸੋ ਇਸ ਦੇ ਬਾਬਤ ਇਹ 19 ਦਸੰਬਰ ਦਿਨ ਸ਼ਨੀਵਾਰ, ਸੋ ਸਮੂਹ ਸੰਗਤ ਜੋ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਇੱਕ ਬੇਨਤੀ ਆ। ਤੇ ਆਰਗੇਨਾਈਜ਼ਰ ਦੇ ਵੱਲੋਂ ਸਾਨੂੰ ਇਹ ਰਿਕੁਐਸਟ ਸੀ ਕਿ ਇਹ ਹਰ ਇੱਕ ਸਾਡੇ
ਸ਼ੇਅਰ ਕੀਤੀ ਜਾਵੇ। 19 ਦਸੰਬਰ ਨੂੰ ਸੈਕਰਾਮੈਂਟੋ ਦੇ ਵਿੱਚ ਕਾਲਜ ਟਾਊਨ ਡਰਾਈਵ ਸੈਕਰਾਮੈਂਟੋ ਉਹ ਰੈਲੀ ਦੀ ਜਗ੍ਹਾ ਹੈ ਜੀ। ਤੇ ਵੱਖ-ਵੱਖ ਸ਼ਹਿਰਾਂ ਤੋਂ ਬੇਰੀਆ ਤੋਂ ਫਰੀਮੌਂਟ ਗੁਰਦੁਆਰਾ ਸਾਹਿਬ ਲੋਕ ਇਕੱਤਰ ਹੋ ਕੇ 8:30 ਵਜੇ ਇੱਥੋਂ ਰਵਾਨਾ ਹੋਣਗੇ। ਮੰਟੀਕਾ ਦੇ ਵਿੱਚ ਪੈਰੀਮੀਟਰ ਡਰਾਈਵ ਦੇ ਉੱਤੇ ਇਕੱਠ ਹੋ ਰਿਹਾ ਜੀ ਸਾਰਿਆਂ ਦਾ ਜਾਣ ਦੇ ਲਈ। ਫਰੈਜ਼ਨੋ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ, ਉੱਥੋਂ 7 ਵਜੇ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਤੇ 8 ਵਜੇ ਉੱਥੋਂ ਇਹ ਰਵਾਨਾ ਹੋ ਜਾਣਾ ਜੀ। ਜੂਬਾ ਸਿਟੀ ਬੋਗ ਰੋਡ ਗੁਰਦੁਆਰਾ ਸਾਹਿਬ, ਜੂਬਾ ਸਿਟੀ 9 ਵਜੇ ਸਭ ਨੇ ਇਕੱਠੇ ਹੋ ਕੇ ਸੈਕਰਾਮੈਂਟੋ ਵੱਲ ਚਾਲੇ ਪਾਉਣੇ ਆ। ਟਰਲਕ 5th ਸਟਰੀਟ ਟਰਲਕ ਗੁਰਦੁਆਰਾ ਸਾਹਿਬ ਹੈ ਜੀ। ਗੁਰਦੁਆਰਾ ਸਾਹਿਬ ਸਾਰੀ ਸੰਗਤ ਨੇ ਇਕੱਠੇ ਹੋ ਕੇ ਸੈਕਰਾਮੈਂਟੋ ਦੀ ਜੋ ਕਿਸਾਨ ਮਜ਼ਦੂਰ ਏਕਤਾ ਦੀ ਰੈਲੀ ਆ ਉਹਦੇ ਬਸ ਚਾਲੇ ਪਾਉਣੇ ਆ। ਸਟਾਕਟਨ ਲੋੜਾਈ ਗੁਰਦੁਆਰਾ ਸਾਹਿਬ, ਲੋੜਾ ਗੁਰਦੁਆਰਾ ਵੱਲੋਂ ਮੈਂ ਵੀ ਜਾ ਰਿਹਾ ਜੀ। ਇੱਥੇ ਅਸੀਂ ਇਕੱਠ ਕਰਕੇ ਅਸੀਂ ਉੱਥੇ ਪੁੱਜ ਰਹੇ ਹਾਂ ਸਾਰੇ। ਬਹੁਤ ਵਧੀਆ। ਸੋ ਜੋ ਦੂਰੋਂ ਨੇੜੋਂ ਦੀ ਸੰਗਤ ਹੈ ਉਹ ਇਸ ਰੈਲੀ ਦੇ ਵਿੱਚ ਬਿਲਕੁਲ ਵੱਧ ਤੋਂ ਵੱਧ ਭਾਗ ਲਵੋ। ਸੈਕਰਾਮੈਂਟੋ ਦੇ ਵਿੱਚ ਇਹ ਰੈਲੀ ਹੈ ਜੀ। ਇੰਟਰਨੈਸ਼ਨਲ ਮੀਡੀਆ ਹਾਊਸਿਸ ਇਸ ਨੂੰ ਕਵਰ ਕਰਨਗੇ ਤੇ ਵੱਧ ਤੋਂ ਵੱਧ ਸਮੂਹ ਸੰਗਤ ਇਸ ਦੇ ਵਿੱਚ ਭਾਗ ਲਵੇ। ਸ਼ਨੀਵਾਰ ਸੈਕਰਾਮੈਂਟੋ। ਐਡਰੈਸ ਹੈ ਜੀ 7485 ਕਾਲਜ ਟਾਊਨ ਡਰਾਈਵ ਸੈਕਰਾਮੈਂਟੋ। ਧੰਨਵਾਦ ਜੀ। ਧੰਨਵਾਦ। ਸੋ ਇਹ ਸਾਡਾ ਨੈਕਸਟ ਟੌਪਿਕ ਹੈ ਜੀ ਟਵਿੱਟਰ। ਕਹਿੰਦੇ ਪੰਜਾਬ ਨੇ ਆਈਲੈਟ ਤਾਂ ਬੜਾ ਮੁੰਡੇ ਕੁੜੀਆਂ ਕਰ ਰਹੇ ਸੀਗੇ ਤੇ ਉਹਦਾ ਫਾਇਦਾ ਕੀ ਹੋ ਰਿਹਾ ਸੀਗਾ ਕਿ ਪੰਜਾਬ ਦੀ ਜਵਾਨੀ ਤਾਂ ਬਾਹਰ ਜਾ ਰਹੀ ਸੀ ਪਰ ਹੁਣ ਬੜਾ ਕੰਮ ਦੇ ਰਹੀ ਆ। ਟਵਿੱਟਰ ਦੇ ਉੱਤੇ ਇੱਕ ਮੂਵਮੈਂਟ ਚਲਾਈ ਹੈ ਜੀ। ਫੇਸਬੁੱਕ ਦੇ ਨਾਲ ਟਵਿੱਟਰ ਦੇ ਉੱਤੇ ਆਪਣੇ ਕਿਸੇ ਇਹ ਫਾਰਮਰ ਪ੍ਰੋਟੈਸਟ ਦੇ ਜਿਹੜੇ ਮੁੱਦੇ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਲੈ ਕੇ ਜਾਣ ਦੇ ਲਈ। ਸੋ ਗਰੇਵਾਲ ਸਾਹਿਬ, ਟਵਿੱਟਰ ਦੇ ਬਾਰੇ ਤੁਸੀਂ ਇਹ ਮੂਵਮੈਂਟ ਨੂੰ ਟਵਿੱਟਰ ਦੇ ਥਰੂ ਲਿਜਾਣ ਬਾਰੇ ਦੋ ਗੱਲਾਂ ਪਲੀਜ਼। ਪਹਿਲਾਂ ਬਲ ਬਹਾਦਰ ਜੀ ਨੇ ਬਹੁਤ ਸੋਹਣਾ ਕਿਹਾ ਸੀਗਾ ਕਿ ਸਾਨੂੰ ਚਾਹੀਦਾ ਅਸਲ 'ਚ ਅਸੀਂ ਸਾਰੇ ਜਾਣੇ ਜਿਹੜੇ ਪੰਜਾਬੀ ਕੋਲ ਜਿੰਨੇ ਵੀ ਅਕਾਊਂਟ ਹੈਗੇ ਨੇ ਫੈਮਿਲੀ ਮੈਂਬਰਸ ਦੇ ਤੇ ਉਹਦਾ ਫਾਇਦਾ ਉਠਾ ਕੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦੀ ਫਾਰਮਰਸ ਦੀ ਸਪੋਰਟ 'ਚ ਦਿਨ 'ਚ ਜਿੰਨੇ ਵੱਧ ਤੋਂ ਵੱਧ ਅਸੀਂ ਟਵੀਟ ਕਰ ਸਕਦੇ ਹਾਂ। ਆਪਾਂ ਨੂੰ ਪਤਾ ਕੱਲ ਪਰਸੋਂ ਦੀ ਨਿਊਜ਼ ਹੈਗੀ, ਨਹੀਂ ਅੱਜ ਦੀ ਨਿਊਜ਼ ਹੈ ਕਿ ਟਰੰਪ ਦੇ ਨੰਬਰ 1 ਤੇ ਬਾਈਡਨ ਦੇ ਨੰਬਰ 2, ਕਮਾਲਾ ਹੈਰਿਸ ਦੇ ਨੰਬਰ 3, ਮੋਦੀ ਦੇ ਨੰਬਰ 4। ਦੇਖੋ ਟਵੀਟਸ ਦੇ ਸਿਰ ਤੇ ਤੁਸੀਂ ਕਿੱਡਾ ਵੱਡਾ ਮੈਸੇਜ ਅੱਜ ਕੱਲ੍ਹ ਦੇ ਯੁੱਗ 'ਚ ਹਰ ਇੱਕ ਦੀ ਜੇਬ ਚੁੱਪੜਦਾ ਕਰ ਸਕਦੇ ਹੋ। ਤੁਹਾਨੂੰ ਮੈਂ ਟਵਿੱਟਰ ਦੇ ਨਾਲ ਲੱਗਦੀ ਇੱਕ, ਜਦੋਂ ਟਵਿੱਟਰ ਤਾਂ ਹੁਣ ਆ ਗਿਆ ਨਾ, ਪਰ ਸਾਡਾ ਜਿਹੜਾ ਇਹ ਜੁਮਲੇਬਾਜ਼ ਪ੍ਰਧਾਨ ਮੰਤਰੀ ਹੈ, ਆਹ ਦੇਖੋ ਇਹਦੇ ਕੋਲੇ ਕੀ ਹੈ। ਇਹਦੇ ਤੇ ਲਿਖੋ, ਦੇਖੋ ਜੀ ਇਹਦੇ ਤੇ ਲਿਖਿਆ ਹੋਇਆ, ਮੈਂ ਇਧਰ ਨੂੰ ਇਹਦਾ ਮੂੰਹ ਕਰ ਦਵਾਂ, ਭੀਮ ਡੁਗਡੁਗੀ, ਭੀਮ ਸ਼ਾਹ ਡੁਗਡੁਗੀ। ਉਹ ਜਦੋਂ ਡੁਗਡੁਗੀ ਵਜਾਉਂਦਾ ਨਾ, ਉਹਦੇ ਜਿਹੜੇ ਭਗਤ ਨੇ ਬਸ ਉਹ ਆਸ਼ ਕਰ ਉੱਠਦੇ ਆ ਬਿਨਾਂ ਕਿਸੇ ਲੌਜਿਕ ਤੋਂ। ਤੁਸੀਂ ਇਹ ਦੇਖੋ ਕਿ ਹੋਕੀ ਡੁਗਡੁਗੀ ਵਜਾ ਕੇ ਕਦੇ ਮੇਕ ਇਨ ਇੰਡੀਆ, ਕਦੀ ਡਿਜੀਟਲ ਇੰਡੀਆ, ਕਦੀ ਮਨ ਕੀ ਬਾਤ, ਇਹ ਜੁਮਲੇ ਛੱਡ ਕੇ ਜਿਹੜਾ ਬੰਦੇ ਕੋਲੇ ਕੋਈ ਇੰਟੈਲੈਕਚੁਅਲਿਟੀ ਤੇ ਹੈ ਨਹੀਂ, ਕੱਲੀ ਨੰਬਰਸ ਨੇ, ਭੇਡਾਂ ਵਾਲੇ ਨੰਬਰਸ ਨੇ ਮਾਫ ਕਰਨਾ। ਇੰਡੀਅਨ ਜਿਹੜੇ ਲੋਕ ਇਹਦੇ ਪਿੱਛੇ ਜਿੰਨਾ ਇਹਦੀ ਵੇਵ ਆਈ ਆ, ਉਹਨਾਂ ਕੋਲੇ ਕੋਈ ਵਿਜ਼ਨ ਨਹੀਂ ਹੈਗੀ, ਉਹਨਾਂ ਕੋਲੇ ਕੋਈ ਇੰਟੈਲੈਕਚੁਅਲਿਟੀ ਨਹੀਂ ਹੈ ਨਹੀਂ, ਬਸ ਉਹ ਡੁਗਡੁਗੀ ਦੇ ਬੇਸ ਤੇ ਬੰਦਰੀਆ ਮਾਈਕੇ ਜਾਏਗੀ ਵਾਲਾ ਹਿਸਾਬ ਆ। ਪਰ ਅਸੀਂ ਅੱਜ ਕੱਲ ਇਸ ਯੁੱਗ 'ਚ ਟਵਿੱਟਰ ਦਾ ਜਿਹੜਾ ਹੈਗਾ, ਅਸੀਂ ਆਪ ਸਗੋਂ ਉਹਦੇ ਤੇ ਕਰੀਏ, ਕਿਉਂਕਿ ਆਲਰੇਡੀ ਇਹਨਾਂ ਦਾ ਜ਼ੋਰ ਲੱਗਿਆ ਹੋਇਆ ਕਿ ਜਾਂ ਸਾਡੇ ਟਵਿੱਟਰਸ ਨੂੰ ਮਾਓਇਸਟ ਦਾ ਜਾਂ ਲੈਫਟਿਸਟ ਦਾ ਜਾਂ ਨੈਕਸਲਾਈਟਸ ਦਾ ਜਾਂ ਖਾਲਿਸਤਾਨੀਆਂ ਦਾ ਜਾਂ ਇਹਨੂੰ ਰਿਲੀਜੀਅਸ ਜਾਂ ਰੇਸ਼ੀਅਲ ਇਸ ਤਰੀਕੇ ਦੇ ਰੰਗ ਦਈਏ। ਪਰ ਸਾਡਾ ਜਿਹੜਾ ਟਵਿੱਟਰ ਹੈ ਉਹ ਯੂਨੀਫਾਰਮ ਆ ਵਰਲਡ ਲਈ। ਸਾਡਾ ਇਕੁਐਲਿਟੀ ਤੇ ਬ੍ਰਦਰਹੁੱਡ ਵਾਲਾ ਜਿਹੜਾ ਟਵਿੱਟਰ ਹੈ, ਅਸੀਂ ਉਸ ਕਨਸੈਪਟ ਨੂੰ ਵੱਧ ਤੋਂ ਵੱਧ ਮਾਰਕੀਟ ਕਰਕੇ ਉਹਦਾ ਫਾਇਦਾ ਉਠਾਈਏ।
ਹਾਂਜੀ ਭਾਜੀ, ਇੱਕ ਜਿਹੜਾ ਤੁਸੀਂ ਕਿਹਾ ਨਾ ਮੋਦੀ ਦੀ ਵੇਵ ਹੈ, ਮੇਰੇ ਖਿਆਲ ਵਿੱਚ ਬੀਜੇਪੀ ਸਰਕਾਰ ਜਿਹੜੀ ਆ ਇਹ ਇਲੀਗਲ ਚਾਈਲਡ ਆਫ ਈਵੀਐਮ ਹੈ। ਈਵੀਐਮ ਦੀ ਇਲੀਗਲ ਚਾਈਲਡ ਹੈ ਇਹ, ਕਿਉਂਕਿ ਇਹ ਈਵੀਐਮ ਅੱਜ ਬੰਦ ਕਰ ਦਿਓ, ਕੱਲ ਨੂੰ ਵੋਟਾਂ ਪਵਾ ਲਓ, ਜੇ ਮੋਦੀ ਨੂੰ 10 ਵੀ ਵੋਟਾਂ ਪੈ ਗਈਆਂ ਤੇ 10 ਸਟੇਟ ਵਿੱਚੋਂ ਹੀ ਜਿੱਤ ਗਿਆ, ਜੋ ਮਰਜ਼ੀ ਕਹਿ ਦੇਣਾ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ, ਕਿਉਂਕਿ ਜਿਸ ਬੰਦਿਆਂ ਦੀ ਕੈਂਪੇਨ ਵਰਲਡ ਦੇ ਰਿਚੈਸਟ ਬੰਦਿਆਂ ਨੇ ਕੀਤੀ ਹੋਵੇ, ਜਿਹਦੇ 'ਚ ਹੈਲੀਕਾਪਟਰ ਦਿੱਤੇ, 50 ਤੋਂ ਵੱਧ ਚੈਨਲਾਂ ਦਿੱਤੀਆਂ, ਨਿਊਜ਼ਪੇਪਰਸ ਦਿੱਤੇ, ਤੇ ਮੁੜ ਕੇ ਉਹ ਜੋ ਕਹਿ ਰਹੇ ਨੇ ਕੰਟਰੀ 'ਚ ਇੰਨਾ ਸੀਰੀਅਸ ਇਸ਼ੂ ਚੱਲ ਰਿਹਾ ਫਾਰਮਰਸ ਦਾ, ਜਿਹਦੇ 'ਚ ਹਰ ਇੱਕ ਵਰਗ ਦਾ ਬੰਦਾ ਸ਼ਾਮਲ ਹੈ, ਤੇ ਇਹ ਸਾਡਾ ਜੁਮਲੇਬਾਜ਼ ਉਹਦੇ ਪੋਤਰੇ ਦੇ ਹਸਪੀਟਲ ਪਹੁੰਚਿਆ ਹੋਇਆ। ਮੈਂ ਕਿਹਾ ਸੀ ਨਾਲ ਇੱਕ ਡਾਇਪਰ ਲੈ ਜੀ, ਉਹਦਾ ਪੋਤਰੇ ਦਾ ਡਾਇਪਰ ਵੀ ਚੇਂਜ ਕਰਿਆ ਹੀ, ਪਰ ਨਾਲ ਹੀ ਆਪਦਾ ਕਰ ਲਈ, ਕਿਉਂਕਿ ਵਿੱਚੋਂ ਤਾਂ ਭਾਦੀ ਬਣੀ ਹੋਈ ਹੈ ਤੈਨੂੰ ਕਿ ਸਾਰਾ ਫਾਰਮਰ ਇਕੱਠਾ ਹੋ ਰਿਹਾ, ਸਾਰਾ ਹਰ ਇੱਕ ਵਰਗ ਦੇ ਬੰਦੇ ਇਹ 'ਚ ਮੋਮੈਂਟਮ ਫੜ ਰਹੇ ਆ। ਬਿਲਕੁਲ 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 ਗਰੇਵਾਲ ਸਾਹਿਬ, ਬਹੁਤ ਵਧੀਆ। ਇਸ ਵਕਤ ਇਹਨਾਂ ਨੇ ਸਾਰਾ ਜ਼ੋਰ ਲਾ ਲਿਆ ਜੀ, ਗੋਦੀ ਮੀਡੀਆ ਨੇ, ਪਰ ਸਲਾਮ ਆ ਜੀ ਪੰਜਾਬ ਦੇ ਤੇ ਬਾਕੀ ਸਟੇਟਾਂ ਦੇ ਜਿਹੜੇ ਪੱਤਰਕਾਰ, ਜਿਹੜੇ ਸਿੰਗਲ ਲੈਵਲ ਦੇ ਉੱਤੇ, ਆਪਣੇ ਲੈਵਲ ਦੇ ਉੱਤੇ YouTube ਚੈਨਲ ਚਲਾ ਕੇ ਜਿਹੜੀ ਪ੍ਰੋਪਰ ਜਾਣਕਾਰੀ ਮੋਰਚੇ ਦੀ ਸਾਡੇ ਥਰੂ ਸਾਡੇ ਤੱਕ ਪਹੁੰਚਾ ਰਹੇ ਆ। ਤੇ ਟਵਿੱਟਰ ਇੱਕ ਬੜਾ ਵਧੀਆ ਮਾਧਿਅਮ ਹੈ ਜੀ। ਟਵਿੱਟਰ ਦੇ ਕਰਕੇ ਸਾਰੇ ਕੰਟਰੀਜ਼ ਦੇ ਵਿੱਚ ਯੂਥ ਤੇ ਜੋ ਇੰਡੀਅਨ ਡਾਇਸਪੋਰਾ ਬੈਠਾ ਆ, ਉਹ ਜੁੜ ਗਿਆ ਹੈਗਾ ਫਾਰਮਰ ਪ੍ਰੋਟੈਸਟ ਦੇ ਨਾਲ। ਜੋ ਗਵਰਨਮੈਂਟ ਦੀ ਬਰੂਟੈਲਿਟੀ ਆ ਤੇ ਗਵਰਨਮੈਂਟ ਦੀ ਜੋ ਬਦਨੀਤੀ ਆ, ਉਹ ਐਕਸਪੋਜ਼ ਹੋ ਗਈ ਆ। ਜੇ ਤੁਸੀਂ ਰੀਸੈਂਟ ਜੋ ਇੰਡੀਅਨ ਗਵਰਨਮੈਂਟ ਨੇ ਕੀਤਾ ਹੈਗਾ, ਜੋ ਹਰ ਇੱਕ ਐਮਬੈਸੀ ਦੇ ਥਰੂ ਜੋ ਇਹਨਾਂ ਕੋਲ ਇਨਫੋਰਮੇਸ਼ਨ ਆ, ਈਮੇਲ ਦੇ ਥਰੂ ਕਿਤਾਬਚਾ ਜਾਰੀ ਕਰਕੇ ਕਿਸਾਨਾਂ ਦੇ ਬਿੱਲਾਂ ਦੇ ਹੱਕ ਦੇ ਵਿੱਚ ਜੋ ਡਾਇਸਪੋਰਾ ਇੰਡੀਆ ਦਾ ਬਾਹਰ ਬੈਠਾ ਉਹਨੂੰ ਦੱਸ ਰਹੇ ਆ। ਕਿਸਾਨ ਦਿੱਲੀ ਬੈਠੇ ਆ, ਇਹ ਵਿਦੇਸ਼ਾਂ ਦੇ ਵਿੱਚ ਬੈਠੇ ਐਨਆਰਆਈ ਨੂੰ ਸਮਝਾ ਰਹੇ ਆ ਕਿ ਕਿਸਾਨਾਂ ਦੇ ਬਿੱਲ ਜੋ ਕਿਸਾਨਾਂ ਦੇ ਹੱਕ ਵਿੱਚ ਆ। ਮਨ ਕੀ ਬਾਤ ਪ੍ਰੋਗਰਾਮ ਕਰਦੇ ਆ, ਦਿੱਲੀ ਕਿਸਾਨ ਬੈਠੇ ਆ, ਗੱਲ ਕਰੋ। ਉੱਥੇ ਇਹਨਾਂ ਨਾਲ ਮੋਦੀ ਸਾਹਿਬ ਭੱਜ ਰਹੇ ਆ, ਜਦੋਂ ਦੇ ਕਿਸਾਨ ਉੱਥੇ ਬੈਠੇ ਆ, ਮੋਦੀ ਸਾਹਿਬ ਕੋਈ ਨਾ ਕੋਈ ਮੁੱਦਾ ਬਣਾ ਕੇ ਦਿੱਲੀ ਛੱਡ ਕੇ ਭੱਜ ਰਹੇ ਆ, ਕਦੇ ਗੁਜਰਾਤ, ਕਦੇ ਕਿਤੇ ਹੋਰ। ਤੇ ਬਲ ਬਹਾਦਰ ਜੀ ਨੇ ਈਵੀਐਮ ਦੀ ਬੜੀ ਵਧੀਆ ਗੱਲ ਕੀਤੀ ਆ। ਬਿਹਾਰ ਇਲੈਕਸ਼ਨ ਬਿਲਕੁਲ ਹੁਣੇ ਹੋਇਆ ਹੈ ਜੀ, ਇੱਕ ਬੜੀ ਵੱਡੀ ਉਦਾਹਰਨ ਹੈ। 119 ਬੰਦੇ ਆਰਜੇਡੀ ਦੇ, ਉਹਨਾਂ ਨੇ ਜੇਤੂ ਜੋ ਤੇਜਸਵੀ ਯਾਦਵ ਨੇ ਸ਼ੋਅ ਕਰਤਾ ਸੀਗਾ ਕਿ ਸਾਡੇ 119 ਬੰਦੇ ਜਿੱਤ ਚੁੱਕੇ ਆ, ਪਰ ਉਹਨਾਂ ਨੂੰ ਸਰਟੀਫਿਕੇਟ ਨਹੀਂ ਜਾਰੀ ਕੀਤੇ ਗਏ। ਤੇ ਫਿਰ ਕੁਛ ਹਜ਼ਾਰ, ਕੁਛ 100 ਤੇ ਕੁਛ 20-30 ਵੋਟਾਂ ਦੇ ਹਿਸਾਬ ਦੇ ਨਾਲ ਉੱਤੇ ਥੱਲੇ ਕਰਕੇ ਗਵਰਨਮੈਂਟ ਬਣਾਈ ਆ ਬਿਹਾਰ ਦੇ ਵਿੱਚ ਬੀਜੇਪੀ ਨੇ। ਬਿਲਕੁਲ ਬਿਲਕੁਲ। ਸੋ ਸਾਨੂੰ ਵੱਧ ਤੋਂ ਵੱਧ ਸਾਡੇ ਇਹੀ ਬੇਨਤੀ ਹੈ ਜੀ, ਟਵਿੱਟਰ ਦੇ ਨਾਲ ਵੱਧ ਤੋਂ ਵੱਧ ਜੁੜੋ। ਹਰ ਇੱਕ ਬੰਦਾ ਇੱਕ ਆਪਦਾ 10-10 ਟਵੀਟ ਵੀ ਹਰ ਰੋਜ਼ ਕਰੇ ਤੇ ਸਾਡੇ ਬਹੁਤ ਹੈ ਜੀ ਉਹ, ਕਿਉਂਕਿ ਸੱਚ ਦੇ ਮੂਹਰੇ ਝੂਠ ਟਿਕਦਾ ਨਹੀਂ ਹੈ। ਗੋਦੀ ਮੀਡੀਆ ਬਿਲਕੁਲ ਬੁਖਲਾਇਆ ਹੋਇਆ ਆ। ਸੋ ਸਾਡਾ ਨੈਕਸਟ ਟੌਪਿਕ ਹੈ ਜੀ, ਇੱਕ ਸਾਡੇ ਅਜੀਤ ਭੱਠਲ ਜੀ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ। ਸੋ ਅੱਜ ਉਹਨਾਂ ਦੇ ਵੱਲੋਂ ਇੱਕ ਸੁਝਾਅ, ਸਾਡੇ ਇੱਕ ਬੇਨਤੀ ਹਰ ਇੱਕ ਇਹ ਸੀ ਕਿ ਕਿਸਾਨ ਅੰਦੋਲਨ ਜੋ ਇੱਕ ਜਨ ਅੰਦੋਲਨ ਬਣ ਚੁੱਕਾ ਹੈ, ਇਸ ਨੂੰ ਨਵੀਂ ਅਗਲੇ ਵੱਡੇ ਪੱਧਰ ਤੇ ਲਿਜਾਂਦੇ ਹੋਏ ਹਰ ਇੱਕ ਘਰ, ਦੁਕਾਨ, ਕਾਰਖਾਨਾ, ਹਰ ਇੱਕ ਜਗ੍ਹਾ ਦੇ ਉੱਪਰ ਫਾਰਮਰ ਪ੍ਰੋਟੈਸਟ ਦੀ ਸਪੋਰਟ ਦੇ ਲਈ ਜੋ ਝੰਡੇ ਲਗਾਏ ਜਾਣ। ਸੋ ਉਹ ਤੁਹਾਡੇ ਲਈ ਡਾਕਟਰ ਗਿੱਲ ਸਾਹਿਬ, ਫਿਰ ਉਸ ਤੋਂ ਬਾਅਦ ਬਲ ਬਹਾਦਰ ਜੀ ਗਰੇਵਾਲ ਸਾਹਿਬ। ਸੋ ਗਿੱਲ ਸਾਹਿਬ, ਉਹ ਤੁਸੀਂ ਕਿਵੇਂ ਦੇਖਦੇ ਹੋ, ਉਹਦਾ ਕੀ ਫਾਇਦਾ ਹੋਏਗਾ ਸਾਨੂੰ? ਦੇਖੋ ਜੀ, ਇੱਕ ਮੋਮੈਂਟਮ ਕ੍ਰੀਏਟ ਕਰਨਾ ਹੁੰਦਾ। ਤੁਸੀਂ ਜਦੋਂ ਤੁਸੀਂ ਮੋਮੈਂਟਮ ਕ੍ਰੀਏਟ ਕਰਨਾ ਹੈ, ਉਹਦੇ ਵਾਸਤੇ ਅਸੀਂ ਚਾਹੇ ਟਵਿੱਟਰ ਦਾ ਸਹਾਰਾ ਲੈਂਦੇ ਹਾਂ, ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਾਂ, ਅਸੀਂ ਲੋਕਾਂ ਨੂੰ ਦਿਖਾਉਣ ਲਈ ਚਾਹੇ ਰੈਲੀ ਕਰਦੇ ਹਾਂ, ਤੇ ਚਾਹੇ ਅਸੀਂ ਇਹ ਜੋ ਭੱਠਲ ਸਾਹਿਬ ਨੇ ਕਿਹਾ ਹੈਗਾ ਕਿ ਆਪਾਂ ਝੰਡੇ ਲਾਈਏ ਹਰੇਕ ਥਾਂ ਦੇ ਉੱਤੇ, ਉਹਦੇ ਨਾਲ ਲੋਕਾਂ ਨੂੰ ਜਾਣਕਾਰੀ ਵਧੂਗੀ। ਜ਼ਿਆਦਾ ਲੋਕ ਜਿਹੜੇ ਆ ਉਹ ਸਪੋਰਟ ਚਾਹਣਗੇ, ਉਹਨਾਂ ਨੂੰ ਪਤਾ ਲੱਗੂ ਇਹਨਾਂ ਦੀ ਰੀਅਲ ਪ੍ਰੋਬਲਮ ਕੀ ਹੈਗੀ ਹੈ, ਉਹ ਪੁੱਛਣਗੇ ਕਿ ਝੰਡਾ ਕਿਉਂ ਲਾਇਆ। ਜਦੋਂ ਤੁਸੀਂ ਇਹ ਗਿਆਨ ਦੂਜਿਆਂ ਨੂੰ ਦਿੰਦੇ ਆ, ਫਿਰ ਕਈ ਜਿਹੜੇ ਲੋਕ ਹੈਗੇ ਆ ਜਿਹੜੇ ਕਿ ਚਾਹੇ ਉਹ ਪੰਜਾਬ ਦੇ ਨਾਲ ਉਹਨਾਂ ਦਾ ਕੋਈ ਕੰਸਰਨ ਨਹੀਂ ਹੈਗਾ, ਪਰ ਉਹ ਬੇਸਿਕਲੀ ਫਾਰਮਰ ਹੈ ਇੱਥੋਂ ਦੇ, ਉਹਨਾਂ ਨੂੰ ਵੀ ਪਤਾ ਲੱਗੂ ਕਿ ਐਕਚੁਅਲ ਜਿਹੜੀ ਪ੍ਰੋਬਲਮ ਹੈ ਉਹ ਕੀ ਹੈ, ਜਿਹੜੀ ਕਿ ਟੋਟਲੀ ਅਮਰੀਕਾ ਦੇ ਨਾਲ ਉਹ
ਇੱਕ ਤਰ੍ਹਾਂ ਨਾਲ ਰਲ ਨਹੀਂ ਸਕਦੀ ਗੀ, ਕਿਉਂਕਿ ਅਮਰੀਕਾ ਦੇ ਵਿੱਚ ਕੋਈ ਫਾਰਮਰ ਵੀ ਜਿਹੜਾ ਹੈਗਾ ਉਹ ਸਰਵਾਈਵ ਹੀ ਨਹੀਂ ਕਰ ਸਕਦਾ 5 ਏਕੜ ਦੇ ਨਾਲ, ਤੇ ਜਿਹੜਾ ਕਿ ਸਾਡੇ ਕੋਲੇ 85% ਦਾ ਇਹ ਇਸ਼ੂ ਹੈਗਾ। ਸੋ ਝੰਡੇ ਜਿਹੜੇ ਆ ਉਹ ਲਾ ਕੇ ਅਸੀਂ ਲੋਕਾਂ ਨੂੰ ਅਟਰੈਕਟ ਕਰਕੇ ਇਹ ਤਾਂ ਆਪਦੀ ਜਿਹੜੀ ਇਸ਼ੂ ਹੈ ਉਹਨੂੰ ਅਸੀਂ ਵਿਸਥਾਰ ਦੇ ਨਾਲ ਦੱਸ ਸਕਦੇ ਹਾਂ। ਤੇ ਬੜਾ ਵਧੀਆ ਇਹ ਵਿਚਾਰ ਹੈਗਾ, ਜਿਵੇਂ ਟਵਿੱਟਰ ਵਾਲਾ ਵਿਚਾਰ ਹੈਗਾ ਕਿ ਹਰ ਕੋਈ ਟਵੀਟ ਕਰੇ, ਉਵੇਂ ਜਿਵੇਂ ਹਰ ਇੱਕ ਕੋਈ ਝੰਡਾ ਲਾਵੇ। ਇਟ ਕੈਨ ਬੀ ਅ ਬਿਗ ਮੂਵਮੈਂਟ। ਬਹੁਤ ਬਹੁਤ ਗਿੱਲ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸੋ ਨੈਕਸਟ, ਜਿਵੇਂ ਇਹ ਧਰਨਾ ਦਿੱਲੀ ਲੱਗਿਆ ਐਡਵਰਸ ਕੰਡੀਸ਼ਨਸ ਦੇ ਵਿੱਚ, ਦਿੱਲੀ ਦੇ ਵਿੱਚ ਇਸ ਵਕਤ ਠੰਡ ਤੇ ਮੀਂਹ ਦਾ ਜ਼ੋਰ ਹੈ। ਸੋ ਬਲ ਜੀ, ਸਿੱਖ ਕੌਮ ਤੇ ਬਾਕੀ ਹੋਰ ਵੀ ਸਾਡੇ ਕਮਿਊਨਿਟੀਜ਼ ਜਿਹੜੇ ਨਾਲ ਬੈਠੇ ਆ, ਉਹਨਾਂ ਦੇ ਲਈ ਇਹ ਘੜੀ ਇੱਕ ਬੜੀ ਔਖੀ, ਜੋ ਇਹ ਮੌਸਮ ਦੇ ਨਾਲ ਵੀ ਲੜਨਾ ਤੇ ਗਵਰਨਮੈਂਟ ਦੇ ਨਾਲ ਵੀ ਲੜਨਾ, ਤੇ ਉਹ ਤੁਸੀਂ ਬਲ ਜੀ, ਫਿਰ ਉਸ ਤੋਂ ਬਾਅਦ ਗਰੇਵਾਲ ਸਾਹਿਬ, ਇਸ ਦੇ ਬਾਰੇ ਪਲੀਜ਼ 2 ਸ਼ਬਦ। ਹਾਂਜੀ ਭਾਜੀ, ਮੈਂ ਤਾਂ ਇੰਨਾ ਕਹਿਣਾ ਚਾਹੁੰਦਾ ਕਿ ਪੰਜਾਬੀਆਂ ਨੇ ਤਾਂ ਇਹ ਸਾਰਾ ਕੁਝ ਹੰਢਾਇਆ। ਜਿੰਨੇ ਸਾਡੇ ਪੰਜਾਬੀ ਜੰਗ ਵਿੱਚ ਜਾ ਕੇ ਉਤੇਜਿਤ ਹੁੰਦੇ ਆ, ਹੋਰ ਉਹਨਾਂ ਨੂੰ ਜੋਸ਼ ਮਿਲਦਾ। ਮੇਰਾ ਖਿਆਲ ਹੈ ਕੋਈ ਹੋਰ ਕੌਮ ਏਦਾਂ ਦੀ ਹੈ ਨਹੀਂ, ਪਰ ਨਾਲ ਖੜਾ ਬੰਦਾ ਵੀ ਜੋਸ਼ ਵਿੱਚ ਜ਼ਰੂਰ ਆਉਂਦਾ। ਜਿਹੜੇ ਬੰਦੇ 3-4 ਜਿਹੜੇ ਪ੍ਰਾਂਤ ਆਏ ਨੇ ਉੱਥੇ, ਉਹ ਵੀ ਜ਼ਰੂਰ ਇਹ ਗੱਲ ਸਾਰੀ ਸਹਿਣਗੇ, ਕਿਉਂਕਿ ਇੱਕ ਬੰਦਾ ਜਦੋਂ ਸਹਿ ਸਕਦਾ ਤੇ ਦੂਸਰੇ ਬੰਦੇ ਨੂੰ ਵੀ ਲਾਗਤ ਲੱਗਦੀ ਆ। ਮੈਂ ਬਹੁਤ ਪ੍ਰਭਾਵਿਤ ਹੈ ਆਪਣੇ ਬੰਦਿਆਂ ਦੀ ਸਹਿਣਸ਼ੀਲਤਾ ਤੋਂ। ਉਹਨਾਂ ਉੱਥੇ ਜੋ ਯੁਕਤ ਨਾਲ ਕੰਮ ਕਰ ਰਹੇ ਨੇ, ਮੇਰਾ ਖਿਆਲ ਆ ਉਹਦਾ ਐਗਜ਼ਾਮਪਲ ਹੋਰ ਕਿਤੇ ਅਜੇ ਤੱਕ ਮੈਂ ਨਹੀਂ ਦੇਖਿਆ। ਬਹੁਤ ਵਧੀਆ ਅਰੇਂਜਮੈਂਟ ਹੋ ਰਿਹਾ, ਔਰ ਕਿੰਨੇ ਲੋਕਾਂ ਨੇ ਉੱਥੇ ਟੈਂਟ ਤੇ ਹਰ ਇੱਕ ਚੀਜ਼ ਮੁਹੱਈਆ ਕੀਤੀ ਹੈ ਤਾਂ ਕਿ ਮੀਂਹ ਤੋਂ ਉਹ ਜਿਹੜਾ ਥੋੜਾ ਬਹੁਤਾ ਬਚਾਅ ਹੋ ਸਕੇ। ਇਹ ਸਾਰੀਆਂ ਚੀਜ਼ਾਂ ਤਾਂ ਹੀ ਪੋਸੀਬਲ ਨੇ ਕਿਉਂਕਿ ਸਾਡੇ ਫਰਾਕ ਦੇ ਲੋਕ ਰੱਜ ਕੇ ਮਾਇਆ ਦੇ ਰਹੇ ਨੇ ਤੇ ਉੱਥੇ ਸਾਰਿਆਂ ਦੀ ਮਦਦ ਹੋ ਰਹੀ ਹੈ। ਮੈਂ ਜ਼ਿਆਦਾ ਟਾਈਮ ਨਹੀਂ ਲਾਂਗਾ, ਅਗਲੇ ਬੁਲਾਰਿਆਂ ਨੂੰ ਤੁਸੀਂ ਜ਼ਰੂਰ ਟਾਈਮ ਦਿਓ ਜੀ ਸਰ। ਮੈਂ ਵੀ ਨਹੀਂ ਤੁਹਾਡਾ ਉਹ ਜਿੰਨਾ ਟਾਈਮ ਅਨਾਉਂਸ ਕਰਨ ਤੇ ਲਾਉਣਗੇ, ਮੈਂ ਆਪ ਹੀ ਮਾਈਕ੍ਰੋਫੋਨ ਫੜ ਲੈਣਾ। ਦੇਖੋ, 2-3 ਬੜੇ ਵਧੀਆ ਸ਼ਖਸ ਉੱਭਰ ਕੇ ਮੂਹਰੇ ਆਏ ਨੇ। ਇੱਕ ਉਹ ਬਜ਼ੁਰਗ ਦਾ ਚਿਹਰਾ ਜਿਹਦੇ ਇੱਥੇ ਖੂਨ ਲੱਗਿਆ ਹੋਇਆ, ਉਹ ਸਿੰਬਲ ਬਣ ਗਿਆ ਜੀ ਉਹਨਾਂ ਦੀ ਪੁਲਿਸ ਦੀ ਬਰੂਟੈਲਿਟੀ ਦਾ। ਤੇ ਪੁਲਿਸ ਦੀ ਬਰੂਟੈਲਿਟੀ ਇੱਕ ਪਾਸੇ ਉਹਦੇ ਉਹ ਸੋਟੀ ਚੱਕੀ ਹੋਈ ਹੈ, ਤੇ ਇੱਕ ਬਜ਼ੁਰਗ ਕੋਲੇ ਪਲੇਟ ਆ, ਕਹਿੰਦੇ ਪਹਿਲਾਂ ਲੰਗਰ ਛਕ ਲਾ ਤੂੰ। ਸਾਡੇ 20 ਰੁਪਏ ਦੇ ਨਾਲ ਸ਼ੁਰੂ ਹੋਇਆ ਗੁਰੂ ਨਾਨਕ ਦੇਵ ਜੀ ਦਾ ਲੰਗਰ ਦੇਖੋ ਕਿਤੇ ਉਬਰਾਏ ਲਿਆ ਰਿਹਾ, ਕਿਧਰੇ ਉਹ ਜਿਹੜਾ ਗਰੁੱਪ ਆਪਣੇ ਯੂਕੇ ਵਾਲੇ ਨੇ ਹਰਪਾਲ ਸਿੰਘ ਜੀ ਉਹ ਲਿਆ ਰਹੇ ਨੇ, ਤੇ ਸਾਰੀ NRIs ਵੀਰ ਬੈਠੇ ਉਡੀਕ ਰਹੇ ਨੇ ਵੀ ਕਦੋਂ ਉਹ ਕਹਿਣਗੇ ਵੀ ਹੋਰ ਸਮਾਨ ਭੇਜੋ, ਤੇ ਅਸੀਂ ਤਿਆਰ ਬੈਠੇ। ਉਹ ਸਗੋਂ ਕਹਿ ਰਿਹਾ ਹਾਲੇ ਨਾ ਭੇਜੋ। ਦੇਖੋ ਇਹੋ ਜਿਹੇ ਹਾਲਾਤ 'ਚ ਉਹ ਬੈਠੇ ਨੇ, ਖਾਲੀ ਟਰੈਕਟਰ ਟਰਾਲੀਆਂ ਤੇ ਵਿਚਾਰੇ ਜਿਹੜੇ ਤਾਂ ਕੱਪੜੇ ਪਾਏ ਨੇ ਉਹ ਲੈ ਕੇ ਪਹੁੰਚ ਗਏ ਨੇ। ਕੋਈ ਟਰਾਲੀ ਦੇ ਥੱਲੇ ਸੁੱਤਾ ਸੀ ਪਹਿਲੀਆਂ ਕੁਛ ਰਾਤਾਂ, ਠੀਕ ਆ, ਹੁਣ ਚਲੋ ਟੈਂਟ ਵੀ ਹੋ ਗਏ, ਟਾਇਲਟਸ ਵੀ ਹੋ ਗਈਆਂ। NRIs ਬੀਬੀਆਂ ਪਹੁੰਚੀਆਂ ਨੇ ਉੱਥੇ, ਬੱਚੇ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਪਹੁੰਚੇ ਨੇ, ਯੂਥ ਜਿਨ੍ਹਾਂ ਦੀ PR ਵੀ ਐਟ ਸਟੇਕ ਆ। ਪੈਸ਼ਨ ਇਜ਼ ਦੇਅਰ। ਸਾਡਾ ਇੱਥੇ ਬੈਠਿਆਂ ਦਾ ਦੂਰ ਖੂਨ ਖੌਲਦਾ। ਜਿੱਦਣੇ ਸਾਡੀ ਸਾਲਟ ਲੇਕ 'ਚ ਰੈਲੀ ਹੋਈ ਸੀਗੀ, ਥੋੜੇ ਜਿਹੇ ਨੋਟਿਸ ਤੇ 200-250 ਦੇ ਕਰੀਬ ਘੱਟੋ ਘੱਟ ਅਡਲਟ ਸੀਗੇ, ਬੱਚੇ ਸੀਗੇ, ਬਜ਼ੁਰਗ ਸੀਗੇ, ਫਾਰਮਰ ਸੀਗੇ, 15-20 ਸਪੀਕਰ ਔਨ ਦਾ ਸਪੌਟ ਜਿਹੜੇ ਬੋਲਣਾ ਚਾਹੁੰਦੇ ਸੀਗੇ। ਸੋ ਇਸ਼ੂ ਸਾਡੇ ਖੂਨ 'ਚ ਖੋਲ ਰਿਹਾ, ਸਾਨੂੰ ਇਹ ਤੰਗ ਕਰ ਰਿਹਾ ਇਸ਼ੂ ਕਿ ਇਹਦੀ ਹਾਲੇ ਤੱਕ ਸੈਟਲਮੈਂਟ ਹੋਈ ਨਹੀਂ। ਸਾਡਾ ਜਿਹੜਾ PM ਉਹ ਕਿਤੇ ਹੋਰ ਹੀ ਭੱਜਿਆ ਫਿਰਦਾ। ਐਡਵਰਸ ਹਾਲਾਤਾਂ ਦੇ ਵਿੱਚ ਵੀ ਅਸੀਂ ਆਪਣੇ ਆਪ ਨੂੰ ਇਹ ਕਿਤੇ ਫੀਲਿੰਗ ਹੀ ਨਹੀਂ ਆ ਰਹੀ ਕਿ ਅਸੀਂ ਅਨਕੰਫਰਟੇਬਲ, ਕਿਉਂਕਿ ਸਾਡਾ ਜਿਹੜਾ ਪੈਸ਼ਨ ਆ ਤੇ ਸਾਡੇ ਖੂਨ 'ਚ ਜਿਹੜਾ ਇਸ਼ੂ ਆ, ਆਪਾਂ ਸਾਰੇ ਕਿਸੇ ਨਾ ਕਿਸੇ 300 ਮਿਲੀਅਨ ਦੇ ਕਰੀਬ ਵਰਕਿੰਗ ਕਲਾਸ ਦੇ ਲੋਕ ਇਹਦੇ ਨਾਲ ਸੰਬੰਧਿਤ ਨੇ ਇੰਡੀਆ ਦੇ। ਸੋ ਦਿੱਲੀ ਦੇ ਲੋਕ ਸਾਨੂੰ ਲੰਗਰ ਲਿਆ ਚਾਹਾਂ ਬਣਾ ਰਹੇ ਨੇ, ਤੇ ਕਾਫਲਿਆਂ ਦੇ ਕਾਫਲੇ ਤੁਰ ਪਏ ਨੇ। ਕੋਈ ਵਿਚਾਰਾ ਗਾਵਾਂ ਮੱਝਾਂ ਲੈ ਕੇ ਤੁਰ ਪਿਆ ਉੱਥੋਂ। ਤੇ ਇਸ਼ੂ ਫਾਰਮਰ ਦਾ, ਅੰਨਦਾਤਾ ਦਾ ਇਹ। ਬਿਲਕੁਲ। ਗਿੱਲ ਸਾਹਿਬ, ਜੋ ਕਰੋਨਾ ਮਹਾਮਾਰੀ ਦੇ ਵਿੱਚ ਇਹ ਚੱਲ ਰਿਹਾ, ਤੁਸੀਂ ਪਲੀਜ਼ ਦੱਸੋ।
ਹਾਂਜੀ ਦੇਖੋ, ਮੈਂ ਐਡ ਕਰਨਾ ਚਾਹੁੰਦਾ ਹੈ ਕਿ ਇੱਕ ਠੀਕ ਹੈ, ਅਸੀਂ ਤਾਂ ਇੱਥੇ ਅੰਦਰ ਬੈਠੇ ਹਾਂ, ਕਮਰਿਆਂ 'ਚ ਬੈਠੇ ਹਾਂ ਤੇ ਅਸੀਂ ਗੱਲ ਕਰ ਰਹੇ ਹੈਗੇ ਆ ਫਾਰਮਰ ਦੀ। ਬਹੁਤ ਸੌਖਾ ਹੈਗਾ ਹੁੰਦਾ ਹੈ ਕਿ ਜਦੋਂ ਤੁਸੀਂ ਪੈਸੇ ਦੇਣੇ ਜਿਹੜੇ ਆ ਨਾ, ਉਹ ਸਾਰਿਆਂ ਨਾਲੋਂ ਸੌਖਾ ਕੰਮ ਹੈ। ਤੇ ਇਹ ਮੈਂ ਇਹ ਨਹੀਂ ਕਹਿੰਦਾਗਾ ਕਿ ਇਹ ਸਿਰਫ NRI ਜਿਹੜੇ ਆ ਪੈਸੇ ਦੇ ਰਹੇ ਆ। NRI ਦਾ ਬਿਲਕੁਲ ਛੋਟਾ ਜਿਹਾ ਪਾਰਟ ਹੈ ਅਸੀਂ ਇਸ ਚੀਜ਼ ਦੇ, ਅਸੀਂ ਵੱਡਾ ਪਾਰਟ ਨਹੀਂ ਹੈ। ਵੱਡਾ ਪਾਰਟ ਹੈ ਜਿਹੜੇ ਉੱਥੇ ਬੈਠੇ ਇਹਨੂੰ ਹੰਢਾ ਰਹੇ ਹੈਗੇ ਆ, ਉਹ ਸਾਰਿਆਂ ਨਾਲੋਂ ਵੱਡਾ ਪਾਰਟ ਹੈ। ਜਿਹੜਾ ਹਰਿਆਣਾ ਜਿਹੜਾ ਦੁੱਧ ਦੇ ਸਪਲਾਈ ਇੰਨੀ ਜ਼ਿਆਦਾ ਦੇ ਰਿਹਾ ਹੈਗਾ, ਸਬਜ਼ੀਆਂ ਦੀ ਸਪਲਾਈ ਜਿਹੜੀ ਇੰਨੀ ਦੇ ਰਿਹਾ ਹਰਿਆਣਾ, ਉਹ they have nothing to do with NRI money. That has everything to do with farmer of India. And not only farmer of Punjab, but farmer of India. ਉਹਨਾਂ ਦੇ ਸਿਰ ਦੇ ਉੱਤੇ ਇਹ ਮੂਵਮੈਂਟ ਚੱਲ ਰਹੀ ਹੈ। ਅਸੀਂ ਤਾਂ ਸਿਰਫ ਆਪਦੀ ਸਪੋਰਟ ਹੀ ਬਾਹਰ ਬੈਠੇ ਉਹਨਾਂ ਨੂੰ ਕਰ ਰਹੇ ਹੈਗੇ ਆ। ਤੇ ਉਹਦੇ ਵਿੱਚ ਮੈਂ ਜਿਹੜੇ ਹੁਣ ਕਰੰਟ ਇਸ਼ੂ ਹੈ ਨਾ, ਉਹਦੇ ਬਾਰੇ ਥੋੜਾ ਜਿਹਾ 4 ਪੁਆਇੰਟ ਰੱਖਣਾ ਚਾਹੁੰਦਾ। ਇੱਕ ਤਾਂ ਇਹ ਹੈ ਕਿ ਸਾਨੂੰ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਣਾ ਹੈ, ਸਾਨੂੰ ਇਹ ਮਤਾ ਉੱਥੇ ਜਾਂ ਸਾਨੂੰ ਇਹ ਆਪਦਾ ਸੁਝਾਅ ਉੱਥੇ ਦੇਣਾ ਪੈਣਾ ਹੈ ਕਿ ਜਿਹੜੇ ਲੋਕ ਦਿੱਲੀ ਡੇਲੀ ਆਉਂਦੇ ਆ ਜਾਂ ਰਾਤ ਨੂੰ ਵਾਪਸ ਜਾਂਦੇ ਆ, ਉਹਨਾਂ ਦੀ ਡੈਥ ਟੋਲ ਹੈ ਜਿਹੜਾ ਉਹ 20 ਦੇ ਕਰੀਬ ਪਹੁੰਚ ਚੁੱਕਿਆ। ਸੋ ਸਾਨੂੰ ਉਹ ਜਿਹੜੇ ਡੇਲੀ ਆਉਣ ਜਾਣ ਵਾਲੇ ਹੈਗੇ ਆ ਪੰਜਾਬ ਤੋਂ ਜਾਂ ਹੋਰ ਸਟੇਟਾਂ ਤੋਂ, ਉਹਨਾਂ ਨੂੰ ਦਿਨੇ ਦਿਨੇ ਜਿਹੜਾ ਉਹ ਵਾਪਸ ਚਲੇ ਜਾਣ ਬਹੁਤ ਜ਼ਿਆਦਾ ਜ਼ਰੂਰੀ ਹੈ। ਦੂਜੇ ਨੰਬਰ ਦੇ ਉੱਤੇ ਜਿਹੜੀ ਉੱਥੇ ਇਸ਼ੂ ਹੈਗਾ, ਉਹ ਕਾਫੀ ਹੱਦ ਤੱਕ ਉਹ ਟੇਕ ਕੇਅਰ ਹੋ ਗਿਆ ਹੈ। ਜਿਹੜਾ ਟਿਕਰੀ ਬਾਰਡਰ ਵਾਲਾ ਆਪਣਾ ਅਸਿਸਟੈਂਟ ਹੈਗੀ ਆ, ਉੱਥੇ ਜ਼ਿਆਦਾ ਅਸਿਸਟੈਂਸ ਦੀ ਲੋੜ ਹੈਗੀ ਹੈ ਦੈਨ ਕਿਸੇ ਹੋਰ ਥਾਂ ਦੇ ਨਾਲੋਂ। ਤੇ ਤੀਜਾ ਜਿਹੜਾ ਹੈਗਾ ਕਿ ਮੈਂ ਰਿਕੁਐਸਟ ਕਰੂੰਗਾ ਕਿ ਜਿੰਨੇ ਸਾਡੇ ਇੰਗਲੈਂਡ ਦੇ ਸਿਟੀਜ਼ਨ ਹੈਗੇ ਆ ਜਾਂ ਇੰਗਲੈਂਡ ਦੇ ਵਾਸੀ ਹੈਗੇ ਆ, ਉਹ ਬੋਰਿਸ ਜੌਨਸਨ ਨੂੰ ਇਹ ਇਨਵੀਟੇਸ਼ਨ ਹੈ ਜਿਹੜਾ ਉਹਦਾ ਰਿਫਿਊਜ਼ ਕਰਨ ਲਈ ਉਹਨੂੰ ਲੈਟਰ ਲਿਖਣ, ਤਾਂ ਕਿ ਉਹਦੀ ਵਿਜ਼ਿਟ ਹੈ ਜਿਹੜੀ 26 ਵਾਲੀ, ਉਹਦਾ ਉਹਨੂੰ ਅਸਲੀ ਮਾਣਾ ਪਤਾ ਲੱਗੇ ਕਿ ਇਹ ਕਿਉਂ ਹੋ ਰਿਹਾ, ਕਿਵੇਂ ਹੋ ਰਿਹਾ। ਦੂਜਾ ਹੈਗਾ ਕਿ ਜਿਹੜਾ ਉੱਥੇ ਫਾਰਮਰ ਬੈਠੇ ਹੈਗੇ ਆ, ਉਹਨਾਂ ਦੀਆਂ ਇਸ ਵੇਲੇ ਜਿਹੜੀਆਂ ਜ਼ਰੂਰਤਾਂ ਹੈ, ਉਹ ਤਰਪਾਲਾਂ ਹੈ ਮੀਂਹ ਕਰਕੇ, ਮਫਲਰ ਹੈ ਠੰਡ ਕਰਕੇ, ਕੰਬਲ ਹੈ, ਸੈਨੀਟਰੀ ਪੈਡਸ ਹੈ, ਤੇ ਇਸੇ ਤਰ੍ਹਾਂ ਹੀ ਜਿਹੜੇ ਟੁੱਥ ਬਰਸ਼ ਹੈ, ਸੋਪ ਹੈ, ਸ਼ੈਂਪੂ ਹੈ, ਵਾਸ਼ਿੰਗ ਮਸ਼ੀਨਸ ਹੈਗੀਆਂ, ਮੈਡੀਸਨਸ ਹੈਗੀ ਹੈ, ਤੇ ਜਿਹੜੇ ਮੈਡੀਸਨ ਬਲੱਡ ਪ੍ਰੈਸ਼ਰ ਤੇ ਸ਼ੂਗਰ ਚੈੱਕ ਕਰਨ ਵਾਲੇ ਹੈਗੇ ਆ, ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਇਹ ਇੰਡੀਆ ਵਾਲੇ ਦੇ ਰਹੇ ਹੈਗੇ ਆ, ਤੁਸੀਂ ਸਿਰਫ ਉਹਨਾਂ ਨੂੰ ਜਾਗਰਤ ਕਰਨਾ ਹੈ ਕਿ ਆਹ ਚੀਜ਼ਾਂ ਦੀ ਸਾਨੂੰ ਲੋੜ ਹੈ ਤੇ ਇੱਥੇ ਜਾ ਕੇ ਕੀਤੀਆਂ ਜਾਣ। ਉਹ they are there but they just need to know it. ਉਹਨਾਂ ਨੂੰ ਜਿਹੜਾ ਐਜੂਕੇਟ ਕਰਨਾ ਜਿਹੜਾ ਇਸ ਹਿਸਾਬ ਨਾਲ ਮੇਰਾ ਖਿਆਲ ਹੈ ਕਿ ਇਸ ਦਾ ਜਿੰਨੇ ਵੀ ਇਹਨੂੰ ਸੁਣ ਰਹੇ ਹੋਣ ਉਹ ਇਸ ਚੀਜ਼ ਨੂੰ ਗਾਂਹ ਪਹੁੰਚਾਉਣ ਕਿ ਉੱਥੇ ਇਹਨਾਂ ਚੀਜ਼ਾਂ ਦੀ ਲੋੜ ਹੈਗੀ ਹੈ। ਬਾਕੀ ਉਹਨਾਂ ਨੇ ਇੱਕ ਬਹੁਤ ਵਧੀਆ ਮੁੱਦਾ ਚੱਕਿਆ ਹੈਗਾ ਕਿ ਜਿਹੜਾ ਰਿਲਾਇੰਸ ਦਾ ਬਾਈਕਾਟ ਕਰਨਾ। ਦੇਖੋ ਲਾਰਜੈਸਟ ਜਿਹੜਾ ਮੋਬਾਈਲ ਨੈਟਵਰਕ ਆਪਰੇਟਰ ਹੈ ਉਹ ਜੀਓ ਪ੍ਰੋਡਕਟਸ ਦਾ ਹੈਗਾ, ਰਿਲਾਇੰਸ ਦਾ ਹੈਗਾ, ਤੇ ਉਹਦੇ ਪ੍ਰੋਡਕਟਸ ਜਿਹੜੇ ਆ ਅੰਬਾਨੀ ਤੇ ਅਡਾਨੀ ਦੇ, ਜਿਵੇਂ ਮਾਲਸ ਹੈਗੀਆਂ, ਟੋਲ ਪਲਾਜ਼ਾ ਹੈਗਾ, ਪੈਟਰੋਲ ਹੈਗਾ, ਪੰਪ ਹੈਗੇ ਆ, ਤੇ ਹੋਰ ਸਾਰੀਆਂ ਚੀਜ਼ਾਂ, ਉਹਨਾਂ ਦੀ ਜਿਹੜੀ ਹੈ ਉਹ ਬਾਈਕਾਟ ਕੀਤਾ ਜਾਵੇ। ਇਹ ਬਾਈਕਾਟ ਦਾ ਅਸਰ ਹੈ ਜਿਹੜਾ ਉਹ ਬਹੁਤ ਵੱਡੇ ਤੌਰ ਦੇ ਉੱਤੇ ਪੈ ਰਿਹਾ ਹੈਗਾ। ਇਹੀ ਕਾਰਨ ਹੈ ਕਿ ਰਿਲਾਇੰਸ ਵਾਲਿਆਂ ਨੇ ਆਪਣਾ ਐਫੀਡੇਵਿਟ ਦਿੱਤਾ ਹੈਗਾ, ਜਿਹੜਾ ਇਹਨਾਂ ਦਾ ਰੈਗੂਲੇਟਰੀ ਟੈਲੀਕਾਮ ਹੈਗਾ ਇੰਡੀਆ ਦਾ, ਉਸ ਨੂੰ ਇਹ ਅਗੇਂਸਟ ਏਅਰਟੈਲ ਤੇ ਵੋਡਾਫੋਨ ਕਿ ਇਹ ਇੰਨੇ ਲੋਕੀ ਜਿਹੜੇ ਆ ਉਹ ਆਪਦੀ ਸਰਵਿਸ ਜਿਹੜੀ ਆ ਉਹ ਟ੍ਰਾਂਸਫਰ ਕਰ ਗਏ ਆ। ਸੋ ਇਹ ਮਾੜੀ ਮੋਟੀ ਚੀਜ਼ ਨਹੀਂ ਜਿਹੜਾ ਤੁਸੀਂ ਬਾਈਕਾਟ ਕਰ ਰਹੇ ਆ, ਇਸ ਦਾ ਇਫੈਕਟ ਜਿਹੜਾ ਉਹ ਅੰਬਾਨੀਆਂ ਤੇ ਪੈ ਰਿਹਾ ਤੇ ਉਹਨਾਂ ਦਾ ਇਹ ਸ਼ੋਅ ਹੋ ਰਿਹਾ ਉਹਨਾਂ ਨੂੰ ਕਿ ਉਹ ਕਿਵੇਂ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਔਖੇ ਹੈ ਕਿ ਇਹ ਇੰਨਾ ਕੁਛ ਹੋ ਰਿਹਾ। ਤੇ ਬਾਕੀ ਹੈ ਕਿ ਕੋਈ ਮੈਨੂੰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਪਦੇ ਵੱਲੋਂ ਤਿਆਰੀ ਰਹਿਣੀ ਚਾਹੀਦੀ ਹੈ, ਠੀਕ ਹੈ। ਕੋਈ ਤੁਸੀਂ ਕ੍ਰੀਏਟ ਨਾ ਕਰੋ ਗਲਤ ਫਹਿਮੀਆਂ ਜਾਂ ਜਿਹੜੇ ਹੈਗੇ ਆ ਆਪਣਾ ਗਲਤ ਅਫਵਾਹਾਂ ਜਿਹੜੀਆਂ ਉਹਨਾਂ ਨੂੰ ਕਰੋ ਨਾ, ਪਰ ਇਸ ਗੱਲ ਦੇ ਉੱਤੇ ਵੀ ਖਿਆਲ ਰੱਖੋ ਕਿ ਸਟੇਟ ਕੋਲੇ ਪਾਵਰ ਬਹੁਤ ਹੁੰਦੀ ਹੈ, ਇਹ ਕੁਛ ਵੀ ਕਰ ਸਕਦੇ ਹੈਗੇ ਆ। ਜਿਵੇਂ ਚਾਈਨਾ ਦੀ ਲੜਾਈ ਲਾਤੀ, ਪਾਕਿਸਤਾਨ ਦੀ ਲੜਾਈ ਲਾਤੀ, ਇਹਨਾਂ ਨੇ ਸਰਜੀਕਲ ਸਟ੍ਰਾਈਕ ਕਰਤਾ, ਇਹਨਾਂ ਨੇ ਪੁਲਵਾਮਾ ਵਰਗਾ ਇੰਸੀਡੈਂਟ ਕਰਤਾ। ਇਹੋ ਜਿਹੀਆਂ ਕਤਿੱਤਾਂ ਕੋਝੇ ਕੰਮ ਜਿਹੜੇ ਹੈਗੇ ਆ ਉਹ ਸਟੇਟ ਹਮੇਸ਼ਾ ਕਰ ਸਕਦੀ ਹੈ ਟੂ ਗੈਟ ਦੀ ਅਟੈਂਸ਼ਨ, ਟੂ ਡਾਇਵਰਟ ਦੀ ਅਟੈਂਸ਼ਨ so that people don't pay attention. So ਉਹਦੇ ਲਈ ਕੇਅਰਫੁਲ ਰਹੋ, ਪਰ ਉਹਦੇ ਤੋਂ ਡਰਨ ਦੀ ਲੋੜ ਨਹੀਂ ਹੈਗੀ। ਜੇ ਤੁਸੀਂ ਸਾਰੇ ਨਾਲ ਹੈ, ਵਰਲਡ ਵਾਈਡ ਸਪੋਰਟ ਨਾਲ ਹੈਗੀ ਹੈ, ਤਾਂ ਇਹ ਕੰਮ ਜਿਹੜਾ ਹੈ ਇਹ ਚੱਲਦਾ ਜਾਊਗਾ ਜਿੰਨਾ ਚਿਰ ਇਹ ਲਾ ਵਾਪਸ ਨਹੀਂ ਲੈਂਦੇ। ਧੰਨਵਾਦ।
ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ, 8:30 ਸਾਡਾ ਟਾਈਮ ਸੀਗਾ ਫਿਨਿਸ਼ ਕਰਨ ਦਾ। ਭਾਜੀ ਇੱਕ ਮਿੰਟ ਸਿਰਫ ਨਾ, ਹਾਂਜੀ ਗੋ ਹੈਡ। ਜਿਹੜੀ ਉਹਦੀ ਈਮੇਲ ਜਿਹੜੀ ਆ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਦੀ ਆਈ ਹੋਈ ਆ, ਉਹਦੇ ਉੱਤੇ ਸਾਰਿਆਂ ਨੂੰ ਚਾਹੀਦਾ ਕਿ ਇੱਕ ਈਮੇਲ ਜਿਹੜੀ ਆ ਉੱਥੇ ਜ਼ਰੂਰ ਭੇਜਣ, ਤਾਂ ਕਿ ਉਹਨੂੰ ਅਗਾਹ ਕਰਨ ਵੀ ਇੱਥੇ ਕੀ ਚੱਲ ਰਿਹਾ ਹੈ। ਥੋੜਾ ਜਿਹਾ ਜਾ ਕੇ ਉਸ ਗਵਰਨਮੈਂਟ ਨਾਲ ਗੱਲ ਕਰੇ। ਮੈਂ ਭੇਜੀ ਹੈਗੀ ਆ ਸਾਰਿਆਂ ਨੂੰ, ਬਾਕੀਆਂ ਨੂੰ ਵੀ ਉਮੀਦ ਹੈ ਈਮੇਲ ਜਿਹੜੀ ਆ ਉੱਥੇ ਭੇਜਣੀ ਚਾਹੀਦੀ ਹੈ। ਥੈਂਕ ਯੂ ਬਲ ਜੀ। ਸਾਡੇ ਕੋਲ ਇੱਕ ਵੀਡੀਓ ਪਲੇ ਕਰਨੀ ਹੈ ਜੀ ਅਸੀਂ, ਜੋ NRIs ਪਲੇ ਕਰ ਰਹੇ ਆ ਰੋਲ ਇਸ ਦੇ ਵਿੱਚ, ਤੇ ਉਸ ਦਾ ਕੀ ਇੰਪੈਕਟ ਹੈ ਜੋ NRIs ਨੇ ਜਾਂ ਇੱਥੋਂ ਦੇ ਫਾਰਮਰਸ ਨੇ ਪਹਿਲਾਂ ਦੇਖਿਆ ਹੈ, ਇਹਨਾਂ ਲਾਜ਼ ਦਾ ਕੀ ਨੁਕਸਾਨ ਹੈ। ਅਮਰ ਗੋ ਹੈਡ। My name is Larry Bird. I'm with Division 1, Modesto Irrigation District, Board of Director. I'm a rancher and a farmer in eastern Stanislaus County. I'm the 3rd generation farmer in my family, with my grandson being the 5th generation farmer that works on the ranch. We run a beef cattle operation and almonds. We support the Indian farmers in India. My family is very supportive, and myself, of the Indian farmers in India. We are concerned that the government is trying to take their rights from us. That is not right. We don't need more regulatory issues anywhere. The farmers are the salt of the earth. They feed us, they clothe us, they take care of us. Please help me in supporting the farmers in India. ਸੋ ਇਹ ਕਾਲੇ ਕਾਨੂੰਨਾਂ ਦਾ ਜੋ ਇੰਪੈਕਟ ਹੈ ਜੀ, ਜੋ ਲੋਕਾਂ ਨੇ ਪਹਿਲਾਂ ਝੱਲ ਚੁੱਕੇ ਆ, ਸੋ ਉਹ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਜਾਂ ਭਾਰਤ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰੈਪਲੀਕੇਟ ਕੀਤਾ ਜਾਵੇ। ਸੋ ਕਮੈਂਟ ਸਾਡਾ ਟਾਈਮ ਹੋ ਚੁੱਕਾ ਜੀ। ਇੱਕ ਕੋਈ ਲਾਸਟ ਕਮੈਂਟਸ ਜਾਂ ਕੋਈ 2 ਸ਼ਬਦ ਪਲੀਜ਼। ਨਹੀਂ ਜੀ, ਥੈਂਕ ਯੂ ਵੈਰੀ ਮਚ ਤੁਹਾਡਾ ਆਰਗੇਨਾਈਜ਼ ਕਰਨ ਲਈ। ਹਾਂਜੀ, ਬਹੁਤ ਬਹੁਤ ਧੰਨਵਾਦ। ਹਾਂਜੀ ਗਰੇਵਾਲ ਸਾਹਿਬ। ਮੈਂ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਾਂ ਜਿਹੜੇ ਸਾਨੂੰ ਸੁਣ ਰਹੇ ਨੇ, ਤੇ ਉਸ ਤੋਂ ਉਪਰੰਤ ਸਾਰੇ ਪ੍ਰਬੰਧਕ ਸੱਜਣਾ ਦਾ, ਉਬੀ ਭਾਜੀ ਦਾ, ਅਮਰਜੀਤ ਭਾਜੀ, ਬਰਾੜ ਭਾਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਇਹ ਕਹਿਣਾ ਚਾਹੁੰਦਾ ਜੀ ਐਂਡ ਤੇ ਕਿ ਜਿੰਨੇ ਵੀ ਸਾਡੇ ਰਿਲੇਟਿਵਸ ਉੱਥੇ ਬੈਠੇ ਨੇ, ਇੱਕੋ ਹੀ ਗੱਲ ਧਿਆਨ 'ਚ ਰੱਖਣ, ਬੜਾ ਕ੍ਰਿਟੀਕਲ ਟਾਈਮ ਹੈ। ਯੂਨਾਈਟਿਡ ਵੀ ਸਟੈਂਡ। ਸਾਡੀ ਯੂਨਿਟੀ ਇਸ ਵੇਲੇ ਸਾਨੂੰ ਇਸ ਮੁਕਾਮ ਤੇ ਲੈ ਕੇ ਆਈ ਹੈ। ਅਸੀਂ ਜੰਗ ਜਿੱਤਣ ਲਈ ਤਿਆਰ ਹਾਂ, ਤੇ ਫਰਮ ਕਿ ਇਸ਼ੂ ਇੱਕੋ ਹੀ ਹੈ, ਐਂਡ ਦੈਟ ਇਜ਼ ਇਹ ਅਨਕੰਡੀਸ਼ਨਲੀ ਰਿਪੀਲ ਹੋਣੇ ਚਾਹੀਦੇ ਨੇ। ਦੈਟਸ ਆਲ। ਥੈਂਕ ਯੂ ਗਰੇਵਾਲ ਸਾਹਿਬ। ਤੇ ਸਮੂਹ ਸਾਡੇ ਨਾਲ ਜੁੜਨ ਵਾਲੇ ਸਾਡੇ ਸਰੋਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਐਂਡ ਦੇ ਉੱਤੇ ਜੀ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੇ ਸਾਡੇ ਸਾਰੇ ਜੋ ਦਿੱਲੀ ਵੱਲ ਜਾਂਦੇ ਆ, ਧੁੰਦ ਮੀਂਹ ਦਾ ਮੌਸਮ ਹੈ, ਸੋ ਬਿਲਕੁਲ ਜੀ ਬਿਲਕੁਲ ਆਪਣਾ ਧਿਆਨ ਰੱਖਣ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।